ਸੰਗਤ ਟੈਲੀਵਿਜ਼ਨ ਵੇਖ ਰਿਹਾ ਗੁਰੂ ਕੇ ਪਿਆਰਿਓ, ਦਾਸ ਭਾਈ ਨਰਿੰਦਰ ਸਿੰਘ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ। ਪ੍ਰੋਗਰਾਮ ਲੈ ਕੇ ਗੁਰਬਾਣੀ ਇਸ ਜੱਗ ਮੈਂ ਚਾਨਣ। ਆਓ ਸਤ ਸੰਗੀ ਜਨੋ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਮਨ ਵਿੱਚ ਬਾਣੀ ਦੇ ਭਾਵ ਨੂੰ ਵਸਾਈਏ। ਜੋ ਸਮਝ ਪਵੇ ਫਿਰ ਉਸ ਨੂੰ ਕਮਾਉਣ ਦੀ ਕੋਸ਼ਿਸ਼ ਕਰੀਏ। ਆਓ ਦਾਸ ਦੇ ਨਾਲ ਲੰਡਨ ਸਟੂਡੀਓ ਦੇ ਵਿੱਚ ਲੜੀਵਾਰ ਵਿਚਾਰ ਦੀ ਸਾਂਝ ਪਾਉਣ ਵਾਸਤੇ ਸਰਦਾਰ ਨਿਰਪਾਲ ਸਿੰਘ ਪਰਦੇਸੀ ਜੀ ਹਾਜ਼ਰ ਨੇ। ਉਹਨਾਂ ਦੇ ਨਾਲ ਆਪਾਂ ਇਹ ਵਿਚਾਰਾਂ ਸਾਂਝੀਆਂ ਕਰਨੀਆਂ ਨੇ। ਵਾਹਿਗੁਰੂ। ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਆਪਣੀ ਵਿਚਾਰ ਆਪ ਬਖਸ਼ਿਸ਼ ਕਰਨ। ਵਾਹਿਗੁਰੂ। ਕਿਉਂਕਿ ਅਸੀਂ ਤੇ ਅਲਪੱਗ ਜੀਵ ਹਾਂ, ਵਾਹਿਗੁਰੂ। ਬਹੁਤੀ ਉੱਚੀ ਸੁੱਚੀ ਸੋਚ ਨਹੀਂ ਰੱਖਦੇ। ਗੁਰੂ ਪਾਤਸ਼ਾਹ ਕਿਰਪਾ ਕਰਨ ਤਾਂ ਸਾਡੀ ਉੱਚੀ ਸੁੱਚੀ ਸੋਚ ਹੋ ਸਕਦੀ ਹੈ। ਇਹ ਵਡੂਚਾ ਹੋਵੇ ਕੋਏ, ਇਸ ਉੱਚੇ ਕੋ ਜਾਣੇ ਸੋਏ। ਸੋ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਚੱਲ ਰਹੀ ਹੈ, ਲੜੀਵਾਰ ਵਿਚਾਰਾਂ। ਆਓ ਬੜੇ ਪਿਆਰ ਦੇ ਨਾਲ ਆਪਾਂ ਫਤਿਹ ਤੋਂ ਉਪਰੰਤ ਇਹਨਾਂ ਵਿਚਾਰਾਂ ਦੇ ਨਾਲ ਜੋ ਅੱਜ ਦਾ ਸ਼ਬਦ ਹੈ ਉਹ ਪਰਦੇਸੀ ਜੀ ਸ਼ੁਰੂ ਕਰਨਗੇ। ਤੇ ਆਓ ਪਹਿਲਾਂ ਸਾਰੀਆਂ ਸੰਗਤਾਂ ਰਲ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਰਦੇਸੀ ਜੀ ਆਪ ਜੀ ਦਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੋ ਵਾਹਿਗੁਰੂ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਵਿਚਾਰ ਕਰਨ ਵਾਸਤੇ ਦਾਸ ਦੇ ਨਾਲ ਸਾਂਝਾ ਪਾਉਂਦੇ ਹੋ। ਵਾਹਿਗੁਰੂ ਜੀ। ਕਿਉਂਕਿ ਗੁਰਬਾਣੀ ਇੱਕ ਐਸਾ ਖਜ਼ਾਨਾ ਹੈ, ਇਸ ਨੂੰ ਜਿਤਨਾ ਵੀ ਖੋਜਿਆ ਜਾਏ, ਵਾਹਿਗੁਰੂ, ਜਿਤਨੀ ਵੀ ਇਸ ਦੇ ਅੰਦਰ ਗਹਿਰਾਈ ਮਨੁੱਖ ਲੱਭਦਾ ਸਤਿਵਚਨ ਹੌਲੀ ਹੌਲੀ ਫਿਰ ਗਹਿਰਾਈ ਦੇ ਵਿੱਚ ਜਿਹੜੇ ਹੀਰੇ ਮੋਤੀ ਜਵਾਹਰਾਤ ਪਏ ਨੇ ਸਤਿਵਚਨ ਉਹ ਮਿਲਦੇ ਨੇ। ਸਤਿਵਚਨ। ਕਿਉਂਕਿ ਸਮੁੰਦਰ ਦੇ ਉੱਪਰ ਵੇਖੀਏ ਤੇ ਉੱਪਰ ਤੇ ਲਹਿਰਾਂ ਨੇ, ਵਾਹਿਗੁਰੂ, ਸਿੱਪੀਆਂ ਘੋਗੇ ਨੇ। ਵਾਹਿਗੁਰੂ। ਜਿਹੜੇ ਸਮੁੰਦਰ ਦੇ ਵਿੱਚ ਗਹਿਰੇ ਉਤਰ ਜਾਂਦੇ ਨੇ, ਵਾਹਿਗੁਰੂ, ਹੀਰੇ ਮੋਤੀ ਜਵਾਹਰਤ ਉਹਨਾਂ ਨੂੰ ਹੀ ਪ੍ਰਾਪਤ ਹੁੰਦੇ ਨੇ। ਵਾਹਿਗੁਰੂ ਜੀ। ਸੋ ਗੁਰਬਾਣੀ ਇੱਕ ਗਹਿਰਾ ਸਾਗਰ ਹੈ, ਇਹਦੇ ਵਿੱਚੋਂ ਆਪਾਂ ਹੀਰੇ ਮੋਤੀ ਜਵਾਹਰਾਤ ਲੱਭਣੇ ਨੇ, ਜੋ ਗੁਰੂਆਂ ਨੇ, ਭਗਤਾਂ ਨੇ, ਮਹਾਂਪੁਰਖਾਂ ਨੇ ਚੁਣ ਕੇ ਸਾਡੇ ਵਾਸਤੇ ਰੱਖੇ ਨੇ, ਤੇ ਇਹਨਾਂ ਨੂੰ ਆਪਾਂ ਗ੍ਰਹਿਣ ਕਰੀਏ। ਸੋ ਆਓ ਬੇਨਤੀ ਹੈ ਕਿ ਜੋ ਅੱਜ ਦਾ ਸ਼ਬਦ ਹੈ ਉਹਦੀ ਵਿਚਾਰ ਪ੍ਰਾਰੰਭ ਕਰੋ ਜੀ। ਵਾਹਿਗੁਰੂ। ਸੰਗਤ ਜੀ, ਹਫਤਾਵਾਰੀ ਪ੍ਰੋਗਰਾਮ ਗੁਰਬਾਣੀ ਇਸ ਜੱਗ ਮੇ ਚਾਨਣ ਦੇ ਮਾਧਿਅਮ 'ਚ ਆਪ ਜੀਆਂ ਨਾਲ ਸਾਂਝ ਸਤਿਗੁਰੂ ਜੀ ਬਖਸ਼ਦੇ ਨੇ। ਤੇ ਸੰਗਤ ਜੀ, ਆਪ ਜੀ ਦੀ ਅਸੀਸ ਔਰ ਸੰਗੀਆਂ ਦੇ ਸੰਗ ਦੇ ਨਾਲ ਅਸੀਂ ਗੁਰਬਾਣੀ ਦੀ ਵਿਚਾਰਾਂ 'ਤੇ ਨਿਮਾਣੀ ਜੀ ਕੋਸ਼ਿਸ਼ ਕਰਦੇ ਹਾਂ। ਅਸੀਸ ਦਿਓ। ਆਪ ਜੀ ਦੀ ਅਸੀਸ ਸਾਨੂੰ ਸਤਿਗੁਰਾਂ ਦੀ ਕਣੇਰੀ ਕਿਰਪਾ ਦੀ ਪਾਤਰ ਬਣਾ ਸਕਦੀ ਹੈਗੀ ਹੈ, ਅਤੇ ਅਸੀਂ ਗੁਰਬਾਣੀ ਦੀਆਂ ਵਿਚਾਰਾਂ ਆਪ ਜੀ ਨਾਲ ਸਾਂਝ ਕਰ ਸਕਦੇ ਹੈਗੇ ਹਾਂ। ਅਤੇ ਗੁਰਬਾਣੀ ਦੀਆਂ ਵਿਚਾਰਾਂ ਕਰਦੇ ਹੋਇਆਂ ਅਸੀਂ ਇਹ ਨਹੀਂ ਸਮਝ ਲੈਣਾ ਕਿ ਇਹੀ ਵਿਚਾਰਾਂ ਜਿਹੜੀਆਂ ਸਮਝ ਆਈਆਂ ਨੇ ਇਹੀ ਮੈਂ 100% ਕਹਿਣ ਦਾ ਹੱਕਦਾਰ ਬਣ ਗਿਆ। ਬਿਲਕੁਲ ਨਹੀਂ ਜੀ, ਇਸ ਤੋਂ ਅੱਗੇ ਵੀ ਅਥਾਹ ਹੈ, ਕਿਉਂਕਿ ਗੁਰਬਾਣੀ ਬੇਅੰਤ ਹੈ। ਹਾਂਜੀ। ਗੁਰਬਾਣੀ ਦਾ ਮੰਥਨ ਕਰੋ, ਔਰ ਦਸਮ ਪਾਤਸ਼ਾਹ ਦਾ ਹੁਕਮ ਹੈ, ਸਾਚ ਕਉ ਸੁਨ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰਬਾਣੀ ਨਾਲ ਪ੍ਰੇਮ ਕਰਨ ਦੀ ਜਾਚ ਆ ਜਾਏ, ਆਪਣੇ ਸਤਿਗੁਰਾਂ ਨਾਲ ਮਿਲੀਏ, ਸ਼ਬਦ ਨਾਲ ਮਿਲੀਏ, ਗੁਰਬਾਣੀ ਪੜ੍ਹੀਏ, ਸੁਣੀਏ। ਵਿਚਾਰਾਂ ਵਾਸਤੇ ਸਤਿਗੁਰੂ ਜੀ ਕਿਰਪਾ ਕਰਕੇ ਸੰਗ ਬਣਾਉਂਦੇ ਨੇ, ਆਪ ਜੀ ਦੇ ਰਾਹੀਂ, ਸੰਗੀਆਂ ਦੇ ਰਾਹੀਂ, ਹੋਰ ਪਿਆਰਿਆਂ ਦੇ ਰਾਹੀਂ। ਤੋ ਅਸੀਂ ਇਹਦਾ ਯਤਨ ਕਰਦੇ ਹਾਂ। ਅੱਜ ਦੇ ਸਤਿਗੁਰਾਂ ਦੇ ਉਪਦੇਸ਼ ਨੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਸ੍ਰੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 34 ਉੱਤੇ ਬਖਸ਼ਿਸ਼ ਕਰ ਰਹੇ ਨੇ। ਸ੍ਰੀ ਰਾਗ ਮਹਿਲਾ ਤੀਜਾ। ਕਿਸ ਹਉ ਸੇਵੀ ਕਿਆ ਜਪ ਕਰੀ, ਸਤਿਗੁਰ ਪੁੱਛੋਂ ਜਾਏ। ਸਤਿਗੁਰ ਕਾ ਭਾਣਾ ਮਨ ਲਈ ਵਿੱਚੋਂ ਆਪ ਗਵਾਏ, ਏਹਾ ਸੇਵਾ ਚਾਕਰੀ ਨਾਮ ਵਸੇ ਮਨ ਆਏ।
ਨਾਮੇ ਹੀ ਤੇ ਸੁਖ ਪਾਈਐ ਸੱਚੇ ਸ਼ਬਦ ਸੁਹਾਏ। ਇੱਥੇ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਬਹੁਤ ਹੀ ਦੇਖੋ ਸਹਿਜ ਚ ਮਹਾਰਾਜ ਜੀ ਨੇ ਬਖਸ਼ਿਸ਼ ਕਰਤੀ। ਕਿਸ ਨੂੰ ਸੇਵਾ, ਕੀ ਜਪਾਂ, ਇਹ ਮੈਂ ਆਪਣੇ ਸਤਿਗੁਰਾਂ ਕੋਲੋਂ, ਆਪਣੇ ਗੁਰੂ ਕੋਲੋਂ, ਆਪਣੇ ਸ਼ਬਦ ਕੋਲੋਂ ਜਾ ਕੇ ਪੁੱਛਾਂ, ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੁੱਛਾਂ। ਮਹਾਰਾਜ ਅੱਗੇ ਕੀ ਬਖਸ਼ਿਸ਼ ਕਰਦੇ ਨੇ, ਸਤਿਗੁਰ ਕਾ ਭਾਣਾ ਮਨ ਲਈ ਵਿੱਚੋਂ ਆਪ ਗਵਾਏ। ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਭਾਣਾ ਮੰਨਣ ਦੀ ਅਵਸਥਾ 'ਚ ਮੈਂ ਆ ਜਾਵਾਂ। ਮੈਂ ਭਾਣਾ ਮੰਨ ਲਿੱਤਾ, ਮਹਾਰਾਜ ਤੁਸਾਂ ਸੁੱਖ ਦਿੱਤਾ ਹੈ, ਤੁਸਾਂ ਦੁੱਖ ਦਿੱਤਾ ਹੈ, ਅਕਾਲ ਪੁਰਖ ਤੁਹਾਡੀ ਕਿਰਪਾ ਹੈ, ਤੇਰਾ ਭਾਣਾ ਮੀਠਾ ਲਾਗੇ। ਤੇ ਫਿਰ ਇਹ ਪੰਚਮ ਪਾਤਸ਼ਾਹ ਦੀ ਕਿਰਪਾ ਵਸਦੀ ਹੈਗੀ ਹੈ। ਉਹ ਕਿਰਪਾ ਕੀ ਵਸਦੀ ਹੈ, ਇਹ ਸੇਵਾ ਚਾਕਰੀ ਨਾਮ ਵਸੇ ਮਨ ਆਏ। ਇਹ ਨਾਮ ਜੋ ਅਸੀਂ ਮੰਗਦੇ ਹਾਂ, ਨਾਮ ਦੀ ਦਾਤ ਮੰਗਦੇ ਹਾਂ, ਇਹ ਮਹਾਰਾਜ ਸਾਨੂੰ ਬਖਸ਼ਿਸ਼ ਕਰ ਰਹੇ ਨੇ ਕਿ ਇੱਦਾਂ ਹਾਂ ਸਾਡਾ ਮਨ ਵਿੱਚ ਇਹ ਨਾਮ ਵਸੇਗਾ। ਜਦੋਂ ਭਾਣਾ ਮੰਨਾਂਗਾ, ਹਉਮੈ ਨੂੰ ਛੱਡਾਂਗਾ, ਤੇ ਫਿਰ ਜਦੋਂ ਨਾਮ ਵਸਦਾ ਹੈ, ਨਾਮੇ ਹੀ ਤੇ ਸੁਖ ਪਾਈਐ ਸੱਚੇ ਸ਼ਬਦ ਸੁਹਾਏ। ਇਸ ਸੱਚੇ ਸ਼ਬਦ ਤੋਂ ਹੀ ਮੈਨੂੰ ਚਾਨਣ ਆਣਾ ਹੈ। ਅੱਜ ਮੇਰੀ ਅਵਸਥਾ ਥੋੜੀ ਹੈ, ਥੋੜਾ ਆ ਰਿਹਾ, ਕੋਈ ਗੱਲ ਨਹੀਂ, ਮਿਲੀਏ। ਸਤਿਗੁਰਾਂ ਦੇ ਅੱਗੇ ਇਹੀ ਬੇਨਤੀ ਕਰੀਏ, ਸਤਿਗੁਰ ਜੀ ਸਮਝਾਓ, ਬਖਸ਼ਿਸ਼ ਕਰੋ, ਸਮਝਾਓ। ਤੇ ਗੁਰੂ ਮਹਾਰਾਜ ਸਾਂਝ ਬਖਸ਼ਦੇ ਨੇ, ਪ੍ਰੇਮੀਆਂ ਨਾਲ ਵਿਚਾਰਾਂ ਹੁੰਦੀਆਂ ਨੇ, ਤੇ ਫਿਰ ਮੇਰੀ ਅਵਸਥਾ ਹੀ ਬਣਨ ਦੀ ਸਾਰੀ ਖੇਡ ਹੈ। ਤੇ ਫਿਰ ਮੈਂ ਸਮਝਦਾ ਕਿ ਹਾਂ, ਜੋ ਮੇਰੇ ਸਤਿਗੁਰਾਂ ਨੇ ਸਮਝਾਇਆ ਉਹ ਵੀ ਮੇਰੀ ਅਵਸਥਾ ਮੁਤਾਬਕ ਠੀਕ ਸੀ। ਅੱਜ ਮੈਨੂੰ ਸਤਿਗੁਰਾਂ ਜੀ ਨੇ ਜੋ ਸਮਝਾਇਆ ਇਹ ਵੀ ਠੀਕ ਹੈ, ਔਰ ਅੱਗੇ ਅਥਾਹ ਹੈ, ਅੱਗੇ ਬੇਅੰਤ ਹੈ। ਤੋ ਗੁਰੂ ਦੇ ਸਿੱਖਾਂ, ਅਸੀਂ ਸਿੱਖ ਕਹਾਉਂਦੇ ਹਾਂ, ਅਸਾਂ ਸਿੱਖਣਾ ਹੈ। ਤੇ ਮਹਾਰਾਜ ਨੇ ਇੱਥੇ ਬਖਸ਼ਿਸ਼ ਕਰਤੀ, ਕਿਸ ਹਉ ਸੇਵੀ ਕਿਸ ਨੂੰ ਸੇਵਾ, ਕਿਆ ਜਪਾਂ ਕੀ ਕਿਆ ਜਪੀ ਕਰੀ ਸਤਿਗੁਰ ਪੁੱਛੋਂ ਜਾਏ। ਇਹ ਆਪਣੇ ਸਤਿਗੁਰੂ ਤੇ ਗੁਰੂ ਪਿਆਰਿਓ, ਸਾਡਾ ਗੁਰੂ ਸ਼ਬਦ ਹੈ, ਤੇ ਸ਼ਬਦ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਬਾਕੀ ਸ਼ਬਦ ਤੋਂ ਗਿਆਨ ਹੈ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਬਦ ਇਹ ਮੇਰਾ ਗੁਰੂ ਹੈ। ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਬਦ ਕੋ ਜਾ ਕੇ ਪੁੱਛਾਂ। ਜਦੋਂ ਬਾਣੀ ਨਾਲ ਜੁੜਾਂਗਾ, ਮਹਾਰਾਜ ਦੇ ਉਪਦੇਸ਼ ਨੇ, ਆਇਓ ਸੁਣਨ ਪੜਨ ਕੋ ਬਾਣੀ। ਮੈਂ ਸੁਣਿਆ, ਪੜ੍ਹਿਆ, ਮਹਾਰਾਜ ਸਮਝਾਉਂਦੇ ਨੇ, ਤੇ ਇੱਦਾਂ ਹੀ ਮਹਾਰਾਜ ਦੀ ਕਿਰਪਾ ਅਸੀਂ ਕਣੇਰੀ ਲੈਣ ਦੇ ਪਾਤਰ ਬਣਦੇ ਹਾਂ ਕਿ ਸੇਵਾ ਕਰਕੇ ਭਾਣਾ ਮੰਨਣਾ। ਭਾਣਾ ਮੰਨਾਂਗਾ ਤਾਂ ਫਿਰ ਮੈਂ ਜਾਏਗੀ, ਤੇ ਉਹ ਮੈਂ ਜਾਏਗੀ ਤੇ ਨਾਮ ਵਸੇਗਾ, ਤੇ ਸਤਿਗੁਰਾਂ ਤੋਂ ਖੁਸ਼ੀਆਂ ਦਾ ਪਾਤਰ ਬਣਾਂਗਾ। ਗੁਰੂ ਪਿਆਰਿਓ, ਇੱਥੇ ਮਹਾਰਾਜ ਜੀ ਦਾ ਪਹਿਲਾ ਬੰਦ ਸੰਪੂਰਨ ਹੁੰਦਾ ਹੈ। ਨਾਲ ਹੀ ਮਹਾਰਾਜ ਜਿੱਥੇ ਰਹਾਉ ਵੀ ਬਖਸ਼ਣੇ ਨੇ, ਮਨ ਮੇਰੇ ਅੰਦਨ ਜਾਗ ਹਰ ਚੇਤ, ਆਪਣੀ ਖੇਤੀ ਰਾਖ ਲੈ ਕੁੰਜ ਪੜੇਗੀ ਖੇਤ ਰਹਾਓ। ਇੱਥੇ ਮਹਾਰਾਜ ਨੇ ਸਾਨੂੰ ਇਹ ਸਾਡਾ ਇੱਕ ਮੁੱਢ ਦੱਸਤਾ ਕਿ ਮਨ ਮੇਰੇ ਅਨ ਦਿਨ ਜਾਗ ਹਰ ਚੇਤ। ਮਨ ਦਿਨ ਜਾਗ, ਚੇਤ, ਕਿਸ ਨੂੰ ਚੇਤਣਾ ਹੈ, ਕਿਸ ਨੂੰ ਸਿਮਰਨਾ ਹੈ। ਇਸ ਰਹਾਉ ਦੇ ਬੰਦ ਵਿੱਚ ਸਾਨੂੰ ਉੱਪਰ ਮਹਾਰਾਜ ਨੇ ਦੱਸਤਾ ਕਿ ਕਿਸ ਨੂੰ ਛੇੜਨਾ ਹੈ, ਕਿਸ ਨੂੰ ਜਪਣਾ ਹੈ, ਉਹਦੀ ਰਜ਼ਾ ਵਿੱਚ ਰਹਿਣਾ ਹੈ, ਮੈਂ ਨੂੰ ਮਾਰਨਾ ਹੈ। ਤੇ ਇਹ ਨਾਮ ਜਿਹੜਾ ਸਾਰਾ ਪਸਾਰਾ ਹੀ ਹੈ ਜੀ ਪਿਆਰਿਓ। ਤੇ ਆਪਣੀ ਖੇਤੀ ਰੱਖ ਲੈ ਕੁੰਜ ਪੜ੍ਹੇਗੀ ਖੇਤ ਰਹਾਓ। ਆਪਣਾ ਇੱਥੇ ਸੁਧਾਰ ਕਰ ਲਵਾਂ, ਤੇ ਗੁਰੂ ਨਾਨਕ ਦੀ ਮਹਾਰਾਜ ਦੀ ਕਿਰਪਾ ਸਦਕਾ ਸਮਾਜ ਦਾ ਸੁਧਾਰ ਸ਼ੁਰੂ ਹੋ ਗਿਆ। ਜਦ ਤੱਕ ਆਪ ਨਹੀਂ ਸੁਧਰਾਂਗਾ, ਸੁਧਾਰ ਨਹੀਂ ਹੋਏਗਾ। ਵਾਹਿਗੁਰੂ ਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਮਹਾਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਪਵਿੱਤਰ ਵਚਨ ਪਰਦੇਸੀ ਜੀ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਇਸ ਸ਼ਬਦ ਦੇ ਅੰਦਰ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜਿਸ ਗੁਰੂ ਨਾਨਕ ਪਾਤਸ਼ਾਹ ਨੇ ਜੋ ਸ਼ੁਰੂਆਤ ਕੀਤਾ ਸੀ, ਉਹ ਪੁੱਛਦੇ ਨੇ ਵਾਹਿਗੁਰੂ ਕਿ ਕਦੇ ਆਪਣੇ ਸਤਿਗੁਰੂ ਨੂੰ ਜਾ ਕੇ ਪੁੱਛੋ ਕਿ ਮੈਂ ਸੇਵਾ ਕਿਹਦੀ ਕਰਨੀ ਹੈ ਤੇ ਮੈਂ ਜਪਣਾ ਕੀ ਹੈ। ਇਹ ਬਿਰਲੇ ਹੀ ਗੁਰਮੁਖ ਨੇ ਜਿਹੜੇ ਜਾ ਕੇ ਸਤਿਗੁਰੂ ਤੋਂ ਇਹ ਗੱਲ ਪੁੱਛਦੇ ਨੇ। ਵਾਹਿਗੁਰੂ।
ਔਰ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤਾ ਸੀ ਇੱਕ ਓੰਕਾਰ ਦਾ, ਵਾਹਿਗੁਰੂ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਗੁਰਬਾਣੀ ਸਾਨੂੰ ਦੱਸਦੀ ਹੈ ਕਿ ਕਿਸ ਦੀ ਸੇਵਾ ਕਰਨੀ ਹੈ, ਕਿਸ ਦਾ ਸਿਮਰਨ ਕਰਨਾ ਹੈ। ਜਦੋਂ ਅਸੀਂ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹਾਂ ਤੇ ਗੁਰੂ ਦੇ ਨਾਲ ਸਾਡੇ ਮਨ ਦੀ ਪਿਆਰ ਦੀ ਸਾਂਝ ਪੈਂਦੀ ਹੈ ਤੇ ਇਹ ਮਨ ਫਿਰ ਬੰਦਗੀ ਦੇ ਵਿੱਚ ਲੱਗਦਾ ਹੈ। ਵਾਹਿਗੁਰੂ। ਨਿਤ ਜਪੀਏ ਸਾਸ ਗਰਾਸ ਨਾਉ ਪਰਵਿਦਗਾਰ ਦਾ। ਸੋ ਸੰਗਤ ਟੈਲੀਵਿਜ਼ਨ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਸੇਵਾ ਤੇ ਸਿਮਰਨ ਬਾਰੇ ਜੋ ਸਤਿਗੁਰੂ ਪਾਤਸ਼ਾਹ ਨੇ ਸਮਝਾਇਆ ਹੈ, ਸੰਗਤ ਟੈਲੀਵਿਜ਼ਨ ਵੱਲੋਂ ਉਪਰਾਲਾ ਕੀਤਾ ਗਿਆ ਹੈ। ਕਿਉਂਕਿ ਸਭ ਨੂੰ ਪਤਾ ਹੈ ਕਿ ਧੰਨ ਧੰਨ ਮਹਾਨ ਸਤਿਗੁਰੂ ਮਹਾਨ ਰਹਿਬਰ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ 30 ਨਵੰਬਰ ਨੂੰ, ਤੇ ਸੰਗਤ ਟੈਲੀਵਿਜ਼ਨ ਦੀਆਂ ਸੰਗਤਾਂ ਵੱਲੋਂ ਮਿਲ ਕਰਕੇ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸੰਤ ਘਾਟ, ਜਿੱਥੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਮੂਲ ਮੰਤਰ ਉਚਾਰਨ ਕੀਤਾ ਸੀ, ਸੰਗਤ ਟੈਲੀਵਿਜ਼ਨ ਵੱਲੋਂ ਸੰਗਤਾਂ ਮਿਲ ਕਰਕੇ ਸ਼੍ਰੀ ਅਖੰਡ ਜਾਪ ਪ੍ਰਾਰੰਭ ਹੋ ਰਹੇ ਨੇ ਔਰ ਅਤੁੱਟ ਲੰਗਰ ਚੱਲ ਰਿਹਾ ਹੈ। ਇਹ ਸੰਗਤਾਂ ਨੇ ਸੇਵਾ ਕਰਨੀ ਹੈ। ਸਤਿਗੁਰੂ ਨੇ ਸਮਝਾ ਦਿੱਤਾ ਕਿ ਸੇਵਾ ਕਰਨੀ ਹੈ। ਗੁਰਬਾਣੀ ਹੈ ਇੱਕ ਬੰਦਗੀ ਹੈ। ਗੁਰਬਾਣੀ ਜਪ ਮਨ ਸਤਨਾਮ ਸਦਾ ਸਤਨਾਮ, ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਗੁਰਬਾਣੀ ਨੂੰ ਇਸ ਢੰਗ ਦੇ ਨਾਲ ਪੜ੍ਹਨਾ ਹੈ ਕਿ ਇਹ ਪੜ੍ਹਨਾ ਹੀ ਬੰਦਗੀ ਬਣ ਜਾਵੇ। ਜਪ ਮਨ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਸੋ ਜਿਤਨੀਆਂ ਵੀ ਸੰਗਤਾਂ ਇਸ ਵੇਲੇ ਜੁੜ ਬੈਠੀਆਂ ਨੇ, ਸਭ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਸ ਢੰਗ ਦੇ ਨਾਲ ਆਪਾਂ 550ਵਾਂ ਗੁਰਪੁਰਬ ਜਿੰਨੇ ਜੋਸ਼ ਦੇ ਨਾਲ, ਜਿੰਨੇ ਸ਼ਰਧਾ ਦੇ ਨਾਲ, ਜਿੰਨੇ ਪ੍ਰੇਮ ਦੇ ਨਾਲ ਆਪਾਂ ਮਨਾਇਆ ਸੀ, ਵਾਹਿਗੁਰੂ, ਉਸ ਤੋਂ ਵੀ ਵੱਧ ਕੇ ਅਸੀਂ 551ਵੇਂ ਇਸ ਗੁਰਪੁਰਬ ਨੂੰ ਸਮਰਪਿਤ ਆਪਾਂ ਸੇਵਾ ਕਰੀਏ। ਇਸ ਕਰਕੇ ਭੰਡਾਰਾ ਖੋਲ੍ਹ ਦਿੱਤਾ ਗਿਆ ਹੈ। ਇਹ ਸੇਵਾ ਦਾ ਕੁੰਭ ਸੰਗਤ ਟੈਲੀਵਿਜ਼ਨ ਦੇ ਮਾਧਿਅਮ ਦੁਆਰਾ ਜੋ ਸ਼੍ਰੀ ਅਖੰਡ ਜਾਪ ਆਰੰਭ ਕੀਤੇ ਜਾ ਰਹੇ ਨੇ, ਤੇ ਇਹਨਾਂ ਦੇ ਭੋਗ ਜਿਹੜੇ ਆ ਉਹ ਗੁਰਪੁਰਬ ਵਾਲੇ ਦਿਨ 30 ਨਵੰਬਰ ਨੂੰ ਪਾਏ ਜਾਣਗੇ। ਤੇ ਅਤੁੱਟ ਲੰਗਰ ਦੇ ਵਿੱਚ ਜਿਨ੍ਹਾਂ ਨੇ ਵੀ ਹਿੱਸਾ ਪਾਉਣਾ ਹੈ ਉਹ ਜ਼ਰੂਰ ਟੈਲੀਫੋਨ ਕਰੋ। ਸਕਰੀਨ 'ਤੇ ਜੋ ਨੰਬਰ ਚੱਲ ਰਹੇ ਨੇ ਇਹ ਆਪ ਜੀ ਦੀ ਸੇਵਾ ਵਾਸਤੇ ਨੇ। ਜਿਨ੍ਹਾਂ ਨੇ ਸੇਵਾ ਕਰਨੀ ਹੈ ਉਹ ਜ਼ਰੂਰ ਕਰ ਸਕਦੇ ਹੋ। ਖੁੱਲ੍ਹ ਕੇ ਸੇਵਾ ਕਰੋ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਇਹ ਨਾ ਸਮਝਣ ਕਿ ਕੀ 550ਵਾਂ ਜਿਹੜਾ ਉਹ ਕੋਈ ਖਾਸ ਸੀ ਤੇ ਹੁਣ ਖਾਸ ਨਹੀਂ ਹੋ। ਇਹ ਉਸ ਤੋਂ ਵੀ ਵੱਧ ਖਾਸ ਹੈ, ਕਿਉਂਕਿ ਪ੍ਰੇਮ ਵਧਣਾ ਚਾਹੀਦਾ ਹੈ, ਸ਼ਰਧਾ ਵਧਣੀ ਚਾਹੀਦੀ ਹੈ, ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਚਾਨਣ ਸਾਨੂੰ ਦਿੱਤਾ ਹੈ, ਕਰਨ ਕਰਾਵਨ ਸਰਨ ਪਰਿਆ, ਗੁਰ ਪ੍ਰਸਾਦ ਸਹਿਜ ਘਰ ਪਾਇਆ, ਮਿਟਿਆ ਅੰਧੇਰਾ ਚੰਦ ਚੜਿਆ। ਇਹ ਗੁਰਬਾਣੀ ਉਹ ਚੰਦ, ਉਹ ਚਾਨਣ ਹੈ, ਉਹ ਪਰਮ ਪ੍ਰਕਾਸ਼ ਹੈ ਜਿਸ ਦੀ ਪ੍ਰਾਪਤੀ ਵਾਸਤੇ ਸਾਨੂੰ ਜੀਵਨ ਮਿਲਿਆ ਹੈ। ਇਸ ਕਰਕੇ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਮਰਜ਼ਾਦਾ ਸ਼ੁਰੂ ਕੀਤੀ ਹੈ, ਉਸ ਮਰਜ਼ਾਦਾ ਦੇ ਅਨੁਸਾਰ ਹੀ ਅੱਜ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਕਦੇ ਪੁੱਛ ਲਿਆ ਕਰੋ ਆਪਣੇ ਗੁਰੂ ਨੂੰ ਕਿ ਮੈਂ ਕਿਹਦੀ ਸੇਵਾ ਕਰਾਂ, ਵਾਹਿਗੁਰੂ, ਤੇ ਕਿਹਦਾ ਜਪ ਕਰਾਂ। ਨਿਤ ਜਪੀਏ ਸਾਸ ਗਰਾਸ ਨਾਉ ਪਰਵਿਦਗਾਰ ਦਾ। ਸੋ ਇਸ ਢੰਗ ਦੇ ਨਾਲ, ਕਿਉਂਕਿ ਗੁਰਬਾਣੀ ਹੀ ਸਾਨੂੰ ਸਮਝਾ ਸਕਦੀ ਹੈ, ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਕਿ ਆਪਣੇ ਜੀਵਨ ਵਿੱਚ ਸੇਵਾ ਕਿਵੇਂ ਕਰਨੀ ਹੈ,
ਆਪਣੇ ਜੀਵਨ ਵਿੱਚ ਸਿਮਰਨ ਕਿਵੇਂ ਕਰਨਾ ਹੈ। ਬਸ ਜਿਸ ਨੇ ਆਪਣੇ ਜੀਵਨ ਵਿੱਚ ਇਹ ਦੋ ਚੀਜ਼ਾਂ ਸਿੱਖ ਲਈਆਂ ਉਹ ਪੂਰਨ ਗੁਰਸਿੱਖ ਬਣ ਜਾਂਦਾ ਹੈ। ਸੋ ਸਤਿਗੁਰੂ ਪਾਤਸ਼ਾਹ ਨੇ ਜਿੱਥੇ ਸਾਨੂੰ ਸਿਮਰਨ ਬਾਰੇ ਸਮਝਾਇਆ ਹੈ ਉੱਥੇ ਸਾਨੂੰ ਨਾਲ ਨਾਲ ਭਾਣਾ ਮੰਨਣ ਵਾਸਤੇ, ਹੁਕਮ ਮੰਨਣ ਵਾਸਤੇ ਸਤਿਗੁਰੂ ਨੇ ਸਮਝਾਇਆ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਔਰ ਇਸ ਹੁਕਮ ਨੂੰ ਮੰਨਣ ਵਾਲੇ ਸਤਿਗੁਰੂ ਦਾ ਜੋ ਹੁਕਮ ਹੈ ਜਿਨ੍ਹਾਂ ਨੇ ਮੰਨਿਆ ਹੈ ਉਹਨਾਂ ਨੇ ਫਿਰ ਆਪਣੇ ਵਿੱਚੋਂ ਹਉਮੈ ਹੰਕਾਰ ਵਿਕਾਰਾਂ ਨੂੰ ਖਤਮ ਕੀਤਾ ਹੈ। ਹਉਮੈ ਜਾਈ, ਅੰਦਰੋਂ ਹਉਮੈ ਚਲੇ ਗਈ ਤੇ ਅੰਦਰ ਕਤਾ ਕੰਤ ਸਮਾਈ। ਅੰਦਰ ਪ੍ਰਭੂ ਪਰਮਾਤਮਾ ਦੀ ਜੋਤ ਜਗ ਜਾਂਦੀ ਹੈ, ਅੰਦਰ ਪਰਮਾਤਮਾ ਦਾ ਨੂਰ ਪ੍ਰਗਟ ਹੋ ਜਾਂਦਾ ਹੈ। ਇਸ ਕਰਕੇ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸੰਗਤ ਟੈਲੀਵਿਜ਼ਨ ਦੀਆਂ ਸੰਗਤਾਂ ਵੱਲੋਂ ਮਿਲ ਕਰਕੇ ਸੁਲਤਾਨਪੁਰ ਲੋਧੀ ਵਿਖੇ ਇਹ ਅਖੰਡ ਜਾਪ ਚੱਲ ਰਹੇ ਨੇ, ਅਤੁੱਟ ਲੰਗਰ ਚੱਲ ਰਿਹਾ ਹੈ, ਉਹਨਾਂ ਦੇ ਵਿੱਚ ਸੇਵਾ ਕਰੋ ਕਿਉਂਕਿ ਇਹ ਸੇਵਾ ਚਾਕਰੀ, ਇਹੀ ਹੈ ਇਸ ਗੁਰੂ ਦੀ ਨੌਕਰੀ, ਚਾਕਰੀ ਸੇਵਾ ਜਿਨ੍ਹਾਂ ਨੇ ਕਰ ਲਈ ਹੈ। ਹਰ ਕਾ ਸੇਵਕ ਹਰ ਹੀ ਜਿਹਾ ਉਹ ਫਿਰ ਪਰਮਾਤਮਾ ਦਾ ਸਰੂਪ ਹੋ ਜਾਂਦਾ ਹੈ। ਭੇਦ ਨਾ ਜਾਣੋ ਮਾਨਸ ਦੇਹਾ। ਸੋ ਇਸ ਕਰਕੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਇਹ ਪਾਵਨ ਪਵਿੱਤਰ ਬਚਨ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਨੂੰ ਲੈ ਕੇ ਅੱਗੇ ਚੱਲੇ ਨੇ ਔਰ ਇਸ ਦੇ ਚੱਲਦਿਆਂ ਚੱਲਦਿਆਂ ਕਦੇ ਮਨ ਦੇ ਵਿੱਚ ਐਸੀ ਵਿਚਾਰ ਨਹੀਂ ਕਰਨੀ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੇ ਮੋਹਰ ਲਾਈ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਦੀ। ਕਿਉਂ ਲਾਈ ਹੈ ਕਿ ਦੁਨੀਆ ਇਸ ਭਰਮ ਭੁਲੇਖੇ ਵਿੱਚ ਨਾ ਪੈ ਜਾਵੇ ਕਿ ਗੁਰੂ ਨਾਨਕ ਦਾ ਕੋਈ ਵਿਚਾਰ ਹੋਰ ਸੀ ਤੇ ਇਹਨਾਂ ਗੁਰੂਆਂ ਦਾ ਕੁਝ ਹੋਰ ਹੈ। ਇਸ ਕਰਕੇ ਹਰ ਗੁਰੂ ਨੇ ਮੋਹਰ ਜਿਹੜੀ ਆ ਗੁਰੂ ਨਾਨਕ ਦੇ ਨਾਮ ਦੀ ਲਾਈ ਹੈ ਤਾਂ ਕਿ ਦੁਨੀਆ ਕਿਸੇ ਭਰਮ ਵਿੱਚ ਨਾ ਪੈ ਜਾਵੇ। ਇਸ ਕਰਕੇ ਆਓ ਆਪਾਂ ਜੀਵਨ ਵਿੱਚ ਸਿੱਖਣਾ ਹੈ ਕਿ ਸੇਵਾ ਕਿਵੇਂ ਕਰਨੀ ਹੈ, ਸਿਮਰਨ ਕਿਵੇਂ ਕਰਨਾ ਹੈ। ਇਹ ਸਤਿਗੁਰੂ ਪਾਤਸ਼ਾਹ ਸਾਨੂੰ ਬਾਰ-ਬਾਰ ਸਮਝਾਉਂਦੇ ਨੇ। ਜਿਨ੍ਹਾਂ ਨੇ ਸੇਵਾ ਤੇ ਸਿਮਰਨ ਨਹੀਂ ਕੀਤਾ ਉਹ ਆਪਣਾ ਜਨਮ ਵਿਅਰਥ ਗਵਾ ਜਾਂਦੇ ਨੇ। ਸੋ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਜੋ ਚੱਲ ਰਹੀ ਹੈ ਵਿਚਾਰਾਂ ਬੜੇ ਪਿਆਰ ਦੇ ਨਾਲ ਸਰਵਣ ਕਰੋ ਤੇ ਸੇਵਾਦਾਰ ਜਿਤਨੇ ਵੀ ਸੰਗਤਾਂ ਜੁੜੀਆਂ ਨੇ ਆਓ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਜੋ ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਵੱਲੋਂ ਮਿਲ ਕੇ ਅਖੰਡ ਜਾਪ ਤੇ ਅਤੁੱਟ ਲੰਗਰ ਚੱਲ ਰਿਹਾ ਹੈ ਉਹਨਾਂ ਵਿੱਚ ਆਪਾਂ ਵੱਧ ਚੜ੍ਹ ਕੇ ਯੋਗਦਾਨ ਪਾਈਏ ਜੀ। ਹਾਂਜੀ ਸੰਗਤ ਜੀ, ਸੰਗਤ ਟੈਲੀਵਿਜ਼ਨ ਦੇ ਸਾਰੇ ਕਾਰਕੁਨ ਤੇ ਸੰਗਤ ਟੈਲੀਵਿਜ਼ਨ ਮੈਨੇਜਮੈਂਟ ਮੇਰੇ ਸੰਗੀ ਨਰਿੰਦਰ ਸਿੰਘ ਜੀ ਅਤੇ ਦਾਸ ਵੱਲੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 551 ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਬੇਅੰਤ ਵਟਾਈਆਂ। ਮੇਰੇ ਵੀਰ ਨੇ ਬਹੁਤ ਸੋਹਣਾ ਕਿਹਾ ਕਿ ਜਿਸ ਤਰ੍ਹਾਂ ਅਸੀਂ 550 ਸਾਲਾ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਮਨਾਇਆ ਹੈ ਉਸ ਤੋਂ ਵੱਧ ਚੜ੍ਹ ਕੇ ਅਸੀਂ 551 ਸਾਲਾ ਆਪਣਾ ਮਨਾਈਏ। ਅਤੇ ਅੱਜ ਦੇ ਉਪਦੇਸ਼ 'ਚ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਕਿ ਮੈਂ ਆਪਣੇ ਸਤਿਗੁਰਾਂ ਕੋਲੋਂ ਪੁੱਛਾਂ ਕਿ ਮੈਂ ਕਿਹਦੀ ਸੇਵਾ ਕਰਨੀ ਹੈ, ਕੀ ਜਪਣਾ ਹੈ, ਕਿਸ ਤਰੀਕੇ ਨਾਲ ਇਹ ਨਾਮ ਅੰਦਰ ਵਸੇਗਾ, ਨਾਮ ਵਸੇਗਾ ਤਾਂ ਹੋਏਗਾ ਕੀ। ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਣ ਵਾਲਿਓ ਪਿਆਰਿਓ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸ ਆਪ ਜੀ ਨੂੰ ਜਾਣੂ ਕਰਾਉਣਾ ਕੋਈ ਉਹ ਨਹੀਂ ਕਿਉਂਕਿ ਆਪ ਜੀ ਭਲੀ ਭਾਂਤੀ ਜਾਣੂ ਹੋ। ਸਤਿਗੁਰੂ ਜੀ ਦਾ ਪ੍ਰਕਾਸ਼ 1469 ਈਸਵੀ ਅਸੀਂ ਚੱਲਦੇ ਹਾਂ ਅਤੇ ਸਤਿਗੁਰਾਂ ਜੀ ਦੀ ਪ੍ਰਕਾਸ਼ ਦੇ ਸਮੇਂ ਜਿਹੜਾ ਸਾਨੂੰ ਸਮਾਜ ਨੂੰ ਮਿਲਿਆ ਸੀਗਾ ਅਤਕੂਟ ਢਹਿੰਦੀ ਕਲਾ ਵਾਲਾ, ਅਤੇ ਸਤਿਗੁਰਾਂ ਜੀ ਨੇ ਆ ਕੇ ਸਮਾਜ ਨੂੰ ਸ਼ੀਸ਼ਾ ਦਿਖਾਇਆ, ਸਮਾਜ ਨੂੰ ਸੱਚ ਅਤੇ ਝੂਠ ਨਾਲ ਮਿਲਾਇਆ ਅਤੇ ਸੱਚ ਅਪਣਾਉਣ ਦਾ ਤਰੀਕਾ ਦਿਖਾਇਆ। ਇਹ ਬਖਸ਼ਿਸ਼ ਮੇਰੇ ਸਤਿਗੁਰਾਂ ਨੇ ਕੱਤਕ ਦੀ ਪੂਰਨਮਾਸ਼ੀ 1499 ਮੈਂ ਕੁਝ ਪ੍ਰੋਨਾਊਂਸ ਕਰਦੇ ਹੋਏ ਕੁਝ ਉਹ ਨਾ ਕਰ ਜਾਵਾਂ ਅਤੇ 1499
ਕੱਤਕ ਦੀ ਪਰਮਾਸ਼ੀ ਨੂੰ ਸਤਿਗੁਰਾਂ ਜੀ ਨੇ ਸਾਨੂੰ ਬਾਣੀ ਬਖਸ਼ਣੀ ਸ਼ੁਰੂ ਕੀਤੀ। ਜਿੱਥੇ ਮਹਾਰਾਜ ਦਾ ਉਪਦੇਸ਼ ਹੈ, ਸ਼ਬਦ ਗੁਰੂ ਸੁਰ ਤੋਂ ਚੇਲਾ। ਪਹਿਲੇ ਪਾਤਸ਼ਾਹ ਨੇ ਆ ਕੇ ਸਾਨੂੰ ਸ਼ਬਦ ਨਾਲ ਜੋੜਿਆ। 10ਵੇਂ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਮੱਥਾ ਟੇਕ ਕੇ ਹੁਕਮ ਕਰਤਾ, ਔਰ ਹੁਕਮ ਵੀ ਅਕਾਲ ਦਾ। ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਇੱਕ ਸ਼ਬਦ ਜਿਹੜਾ ਹੈਗਾ ਵੇ ਸਤਿਗੁਰ ਹੈ। ਤੇ ਅਸੀਂ ਹੁਣ ਆਪਣੇ ਸਤਿਗੁਰਾਂ ਕੋਲ ਜਾ ਕੇ ਪੁੱਛੀਏ ਕਿ ਮੈਂ ਕਿਸ ਦੀ ਸੇਵਾ ਕਰਾਂ, ਕੀ ਜਪਾਂ। ਮੇਰੇ ਤੀਜੇ ਪਾਤਸ਼ਾਹ ਚ ਕਹਿ ਰਹੇ ਨੇ ਕਿ ਕਿਸ ਹੋਂ ਸੇਵੀ, ਕਿਸ ਦੀ ਸੇਵਾ ਕਰਾਂ, ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ। ਇਹ ਮੈਂ ਆਪਣੇ ਸਤਿਗੁਰੂ ਕੋਲ ਜਾ ਕੇ ਪੁੱਛਾਂ ਤੇ ਮੇਰਾ ਸਤਿਗੁਰ ਤੇ ਅੱਜ ਪ੍ਰਕਾਸ਼ਮਾਨ ਹੈ। ਤੇ ਜਦੋਂ ਮੈਂ ਆਪਣੇ ਸਤਿਗੁਰਾਂ ਜੀ ਕੋਲੋਂ ਆ ਕੇ ਪੁੱਛਦਾ ਤੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਨ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਥੇ ਮਹਾਰਾਜ ਏਕਾ ਲਗਾ ਦਿੰਦੇ ਨੇ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕੱਤਕ ਦੀ ਪੂਰਨਮਾਸ਼ੀ 1499 ਨੂੰ। ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਜਿਹੜੇ ਹੈਗੇ ਨੇ ਉਹ 15/4/1469 ਨੂੰ ਨੇ। ਉਹ ਵੀ ਵਿਸਾਖੀ ਦਾ ਦਿਹਾੜਾ ਪੈਂਦਾ ਹੈ ਪਿਆਰਿਓ। ਜਿੱਥੇ ਖਾਲਸਾ ਪੰਥ ਦਾ ਜਨਮ ਹੋਇਆ ਉੱਥੇ ਮੇਰੇ ਪਹਿਲੇ ਪਾਤਸ਼ਾਹ ਦਾ ਜਨਮ ਦਿਹਾੜਾ ਹੈ। ਅਸੀਂ ਕੱਤਕ ਦੀ ਪੂਰਨਮਾਸ਼ੀ ਕਿਉਂ ਮਨਾਉਂਦੇ ਹਾਂ ਜਨਮ ਦਿਹਾੜੇ 'ਚ? ਕਿਉਂਕਿ ਸ਼ਬਦ ਦਾ ਅੱਜ ਜਨਮ ਹੋਇਆ ਹੈ। ਇੱਕ ਓਂਕਾਰ ਅੱਜ ਆ ਕੇ ਮਹਾਰਾਜ ਨੇ ਬਖਸ਼ਿਆ। 3 ਦਿਨ ਵਾਹੀ ਨਦੀ ਤੋਂ ਬਾਹਰ ਕੇ ਤੇ ਜਦੋਂ ਬਾਣੀ ਉਚਾਰਨ ਕੀਤੀ ਤੇ ਮਹਾਰਾਜ ਨੇ ਸਾਨੂੰ ਇਹ ਮੂਲ ਮੰਤਰ ਬਖਸ਼ਿਆ, ਗੁਰਪ੍ਰਸਾਦ ਰੂਪੀ 'ਚ ਉਸ ਦਾ ਨਾਮ ਜਪਣਾ ਸੱਚੇ ਦਾ। ਇਹ ਉਪਦੇਸ਼ ਬਖਸ਼ਿਆ। ਤੇ ਹੁਣ ਮੈਨੂੰ ਅਗਰ ਪੁੱਛਣਾ ਪਵੇ ਤੇ ਮੈਂ ਆਪਣੇ ਸਤਿਗੁਰੂ ਜਾ ਕੇ ਪੁੱਛਾਂ ਤਾਂ ਪਿਆਰਿਓ ਅਸੀਂ ਦੁਵਿਧਾ 'ਚ ਨਹੀਂ ਪੈਣਾ। ਅੱਜ ਦਾ ਜਿਹੜਾ ਸਾਡਾ ਸਮਾਂ ਹੈਗਾ ਵੇ, ਅੱਜ ਸਮਾਜ 'ਚ ਸਾਨੂੰ ਕਾਫੀ ਇਹ ਸਮਾਂ ਦਾਸ ਨੇ ਆਪਣੀ ਲਾਈਫ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ। ਅੱਜ ਅਸੀਂ ਛੋਟੀਆਂ ਸੰਸਥਾਵਾਂ 'ਤੇ ਉਂਗਲੀਆਂ ਚੁੱਕ ਰਹੇ ਹਾਂ। ਇਹ ਫਲਾਣਾ ਧੜਾ, ਇਹ ਫਲਾਣਾ ਧੜਾ, ਇਹ ਤੁਸੀਂ ਗੁਰਬਾਣੀ ਇੱਦਾਂ ਅਰਥ ਕਰ ਰਹੇ ਹੋ, ਤੁਸੀਂ ਗੁਰਬਾਣੀ ਇੱਦਾਂ ਅਰਥ ਕਰ ਰਹੇ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਹੀਂ ਸਮਝਿਆ, ਤੁਸੀਂ ਨਹੀਂ ਸਮਝਿਆ। ਉਹ ਪਿਆਰਿਓ ਮੈਂ ਕਦੋਂ ਸਮਝਾਂਗਾ? ਇੱਥੇ ਖੇਡ ਮੇਰੀ ਹੈ। ਮੈਂ ਸਮਝਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ। ਜਦੋਂ ਮੈਂ ਸਮਝਾਂਗਾ, ਪ੍ਰੀਤ ਪਾ ਲਾਂਗਾ ਤੇ ਫਿਰ ਉਸ ਦੇ ਮੁਤਾਬਕ ਆਪਣੇ ਕਰਮਾਂ ਨੂੰ ਢਾਲਾਂਗਾ। ਮਹਾਰਾਜ ਦੇ ਹੁਕਮ ਨੂੰ ਪ੍ਰਤੱਖ ਕਰ ਦਿਆਂਗਾ ਕਿ ਸਮਾਜ ਦਾ ਸੁਧਾਰ ਹੋਣਾ ਸ਼ੁਰੂ ਤਾਂ ਪਿਆਰਿਓ ਪਹਿਲੇ ਦਿਨ ਤੋਂ ਹੀ ਹੋ ਗਿਆ। ਜਦੋਂ ਬਾਣੀ ਆਈ, ਜਦੋਂ ਸਤਿਗੁਰ ਦਾ ਪ੍ਰਕਾਸ਼ ਹੋ ਗਿਆ, ਇੱਕ ਨੀਂਹ ਪੱਥਰ ਰੱਖੀ ਗਈ ਮਨੁੱਖਤਾ ਦੀ। ਤੇ ਗੁਰੂ ਨਾਨਕ ਦੇਵ ਜੀ ਦਾ ਇੱਕੋ ਹੀ ਧੜਾ ਹੈ, ਸੱਚ ਦਾ ਧੜਾ। ਤੇ ਸੱਚ ਦੇ ਧੜੇ ਦੇ ਵਿਚਕਾਰ ਗੁਰੂ ਪਿਆਰਿਓ ਸਾਰਿਆਂ ਨੂੰ ਜਗ੍ਹਾ ਹੈ। ਇਹ ਗੁਰੂ ਨਾਨਕ ਦੀ ਫੁਲਵਾਰੀ ਹੈ। ਜਿੱਥੇ ਫੁੱਲ ਖਿਲਦੇ ਪਏ ਹੈਗੇ ਨੇ ਉੱਥੇ ਕੰਡਿਆਂ ਨੂੰ ਹੀ ਅਸੀਂ ਜਗ੍ਹਾ ਦੇਣੀ ਹੈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੀਖ ਹੈ। ਕਿਉਂਕਿ ਜਿਹੜੀਆਂ ਵਿਚਾਰਾਂ ਮੈਂ ਕਰਦਾ ਤੇ ਮੇਰੇ ਵੀਰ ਨੇ ਵੀ ਕੀਤੀ ਤੇ ਮੈਨੂੰ ਸਿੱਖਣ ਦਾ ਪਿਆਰਿਓ ਇੰਨਾ ਕੁ ਮੌਕਾ ਮਿਲਦਾ ਹੈ। ਤੇ ਜਦੋਂ ਮੈਂ ਕਹਿੰਦਾ ਜੀ ਇੱਕ ਓਂਕਾਰ ਤੇ ਮੇਰਾ ਵੀਰ ਕਹਿੰਦਾ ਨਹੀਂ ਇੱਕ ਓ, ਸਿੱਖਣ ਦੀ ਤੇ ਹੁਣ ਇੱਥੋਂ ਸ਼ੁਰੂ ਹੋਣੀ ਨਾ ਕਿਰਪਾ। ਤੇ ਗੁਰੂ ਪਿਆਰਿਓ ਮੈਂ ਕਿਸੇ ਹੋਰ ਦੀ ਨਹੀਂ, ਆਪਣੀ ਨਿੱਜੀ ਅਨੁਭਵ ਆਪ ਨਾਲ ਕਰਦਾ। ਔਰ ਉਹ ਵੀ ਪਿਛਲੇ ਹਫਤੇ ਦਾ। ਮੈਨੂੰ ਪਿਛਲੇ ਹੀ ਹਫਤੇ ਇੱਕ ਪ੍ਰੇਮੀ ਦੇ ਗਰੁੱਪ ਵਿੱਚ ਥਾਂ ਮਿਲੀ। ਉਹਨਾਂ ਨੇ ਆਪਣੇ ਗਰੁੱਪ ਵਿੱਚ ਜੋੜਿਆ। ਉਹਨਾਂ ਨੇ ਇੱਕ ਆਪਣਾ ਗਰੁੱਪ ਬਣਾਇਆ ਹੈ, ਇੱਕ ਓਂਕਾਰ ਇਜ਼ ਇਕੁਅਲ ਟੂ ਰੱਬ ਪਲੱਸ ਸਿਧਾਂਤ ਪਲੱਸ ਅੱਗੇ ਇੱਕ ਉਹਨਾਂ ਨੇ ਹੋਰ ਸ਼ਬਦ ਲਿਖਿਆ ਜਿੱਥੇ ਮੇਰੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਪਰਦਾ ਪਾਓ। ਤੇ ਗੁਰੂ ਪਿਆਰਿਓ ਜਿਹੜੇ ਇਸ ਗਰੁੱਪ ਨਾਲ ਜੁੜੇ ਨੇ ਉਹ ਇਸ ਤੋਂ ਜਾਣੂ ਨੇ। ਜਦੋਂ ਇਹਨਾਂ ਨੇ ਕਿਹਾ ਜੀ ਕਿ ਇੱਕ ਉਹ, ਤੇ ਮੈਂ ਕਿਹਾ ਜੀ ਅਸੀਂ ਇੱਕ ਓਂਕਾਰ ਸਾਹਿਬ ਪੜ੍ਹਦੇ ਆ ਰਹੇ ਹਾਂ ਔਰ ਪੜ੍ਹਦੇ ਪਏ ਹਾਂ। ਤੇ ਇਹਨਾਂ ਨੇ ਕਿਹਾ ਜੀ ਕਿ ਇਹ ਤੇ ਇੱਕ ਉਹ ਹੈ। ਮੈਂ ਕਿਹਾ ਜੀ ਗੁਰੂ ਪਿਆਰਿਓ ਫਿਰ ਮੈਂ ਆਪਣੇ ਸਤਿਗੁਰਾਂ ਕੋਲੋਂ ਪੁੱਛਾਂਗਾ ਤੇ ਫਿਰ ਤੁਹਾਡੇ ਨਾਲ ਸਾਂਝ ਕਰਾਂਗਾ। ਸਾਡੀ 3-4 ਦਿਨ ਵਿਚਾਰਾਂ ਸਾਂਝੀਆਂ ਹੋਈਆਂ। ਉਹਨਾਂ ਵਿਚਾਰਾਂ ਤੋਂ ਜੋ ਮਹਾਰਾਜ ਨੇ ਸਮਝਾਇਆ ਆਪ ਜੀ ਨਾਲ ਸਾਂਝ ਪਾਉਂਦੇ ਹਾਂ। ਸਾਡਾ ਪਹਿਲਾ ਸ਼ਬਦ ਹੈ ਇੱਕ
ਓੰਕਾਰ ਏਕਾ ਲਗਾਤਾ, ਇਹਦੇ 'ਚ ਕੋਈ ਦੁਬਿਧਾ ਨਹੀਂ। ਏਕੋ ਹੈ ਸਾਹਿਬ ਮੇਰਾ, ਏਕੋ ਹੈ। ਇਹ ਸਾਹਿਬ ਮੇਰਾ ਏਕੋ ਹੈ, ਇੱਕ ਨਾਲ ਸੰਬੋਧਨ ਕਰ ਰਿਹਾ ਹੈ। ਅੱਗੇ ਮਹਾਰਾਜ ਨੇ ਊੜੇ ਦਾ ਪੰਜਾਬੀ ਸ਼ਬਦ ਦਾ ਇੱਕ ਵਾਰੀ ਖੁੱਲਾ ਨਹੀਂ, 2 ਵਾਰੀ ਖੁੱਲਾ ਬਖਸ਼ਿਆ। ਤੇ ਇੱਕ ਊੜਾ ਜਦੋਂ ਇੱਕ ਵਾਰੀ ਖੋਲਿਆ ਤੇ ਉਹ ਹੋਇਆ, ਇੱਕ ਵਾਰੀ ਖੋਲਤਾ ਉਹ ਹੋਇਆ। ਇਸ ਓ ਦੇ ਤੇ ਪੰਜਾਬੀ ਅੱਖਰ ਦੇ ਊੜੇ ਦੇ ਗੁਰਬਾਣੀ 'ਚ ਜਗ੍ਹਾ ਜਗ੍ਹਾ ਦਰਸ਼ਨ ਹੁੰਦੇ ਨੇ। ਤੇ ਜਿੱਥੇ ਇੱਕ ਲੱਗ ਰਿਹਾ ਹੈਗਾ ਵੇ, ਉੱਥੇ ਇੱਕ ਓੰਕਾਰ ਇੱਕ ਵਾਰੀ ਉੱਤੋਂ ਖੁੱਲ੍ਹਾ, ਫਿਰ ਉੱਤੋਂ ਅੰਕਾਰ ਹੈ ਜੋ ਉਹ ਜਾ ਕੇ ਸੱਤ ਦੇ ਉੱਤੇ ਜਾ ਕੇ ਸੰਪੂਰਨ ਹੁੰਦਾ ਹੈ, ਸੱਤ ਨੂੰ ਆਪਣੇ ਵਿੱਚ ਲੈ ਕੇ ਆਉਂਦਾ ਹੈ। ਇਹ ਇੱਕ ਸੱਚੇ ਦੀ ਸਾਰੀ ਪਸਾਰਾ, ਇਸ ਇੱਕ ਸੱਚੇ ਦਾ ਸਾਰੀ ਕਿਰਪਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦਾ ਇੱਕ ਇੱਕ ਸ਼ਬਦ ਹੈ। ਇਸ ਦੇ ਉੱਤੇ ਸਾਡੀਆਂ ਵਿਚਾਰਾਂ ਅੱਗੇ ਵਧਦੀਆਂ ਰਹੀਆਂ। ਹੁਣ ਕਿਉਂਕਿ ਉਹ ਮੇਰੇ ਨਾਲ ਸਹਿਮਤ ਨਹੀਂ ਸੀਗੇ ਤੇ ਸਾਡੀਆਂ ਵਿਚਾਰਾਂ ਇੱਕ ਦੂਜੇ 'ਤੇ ਨਿਖਾਰ ਲਿਆ ਰਹੀਆਂ ਸਨ। ਹੁਣ ਉਹਨਾਂ ਨੇ ਕੀ ਸਿੱਖਿਆ, ਮੈਂ ਕੀ ਸਿੱਖਿਆ, ਮੈਟਰ ਤਾਂ ਇਹ ਕਰਦਾ ਨਾ, ਮੈਂ ਸਿੱਖ ਕੇ ਮੈਂ ਸਮਾਜ ਨੂੰ ਕੀ ਦੇ ਰਿਹਾ ਹੈਗਾ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਹੈ। ਤੇ ਅਸੀਂ ਇਸੇ ਵਿਚਾਰ 'ਤੇ ਆਉਂਦੇ ਹਾਂ ਕਿ ਇੱਕ ਓੰਕਾਰ ਪੰਜਾਬੀ ਦਾ ਅੱਖਰ ਹੈ ਊੜਾ, ਜਦੋਂ ਇਸ ਨੂੰ ਅਸੀਂ ਇੱਕ ਵਾਰੀ ਉਤਾਂਹ ਕਰਦੇ ਹਾਂ ਇਹ ਓ ਹੋ ਜਾਂਦਾ ਹੈ। ਆਪ ਜੀ ਪਿੱਛੇ ਦੇਖ ਰਹੇ ਹੋ ਸਕਰੀਨ 'ਤੇ ਇੱਕ ਓਂਕਾਰ ਸਾਹਿਬ ਦਾ ਸਵਰੂਪ। ਊੜਾ ਪੰਜਾਬੀ ਦਾ ਵਰਣਮਾਲਾ ਦਾ ਪਹਿਲਾ ਅੱਖਰ ਹੈ, ਇਹ ਉੱਤੋਂ ਬੰਦ ਹੈ। ਫਿਰ ਊੜਾ ਉੱਤੋਂ ਖੁੱਲ੍ਹਾ ਹੈ, ਇਹਨੂੰ ਅਸੀਂ ਓ ਕਹਿੰਦੇ ਹਾਂ, ਇਹਨੂੰ ਅਸੀਂ ਓ ਕਹਿੰਦੇ ਹਾਂ। ਇਹਦੇ ਉੱਤੇ ਜਦੋਂ ਇੱਕ ਵਾਰੀ ਹੋਰ ਇੱਕ ਔਂਕੜ ਪੈ ਜਾਂਦੀ ਹੈ, ਇਸ ਨੂੰ ਅਸੀਂ ਇੱਕ ਓੰਕਾਰ ਕਹਿੰਦੇ ਹਾਂ। ਗੁਰੂ ਪਿਆਰਿਓ, ਅਗਰ ਮੈਂ ਕਦੇ ਇੱਕ ਬਿੰਦੂ ਪਾ ਦੇਣਾ ਨਾ, ਉਸ ਨੂੰ ਬਿੰਦੂ ਕਹਿੰਦੇ ਹਾਂ। ਅਤੇ ਉਸੇ ਬਿੰਦੂ ਤੋਂ ਪੈਨ ਨੂੰ ਜਦੋਂ ਮੈਂ ਖਿੱਚ ਦੇਣਾ ਵਾਂ, ਇਸ ਨੂੰ ਲਕੀਰ ਕਹਿੰਦੇ ਹਾਂ। ਅਤੇ ਹੁਣ ਬਿੰਦੂ ਦੇ ਨਾਲ ਲਿਖਿਆ ਤਾਂ ਨਹੀਂ ਹੈ ਨਾ ਬੱਬਾ ਦਾ ਬਿੰਦੂ, ਇਹ ਉਚਾਰਨ ਹੈ, ਮੈਂ ਸਿੱਖਿਆ। ਲਕੀਰ ਦੇ ਨਾਲ ਲਿਖਿਆ ਤਾਂ ਨਹੀਂ ਹੈ ਨਾ ਲੱਲਾ ਕੱਕਾ ਈ ਰਰਾ ਲਕੀਰ, ਲੇਕਿਨ ਇਸ ਨੂੰ ਲਕੀਰ ਕਹਿਣਾ। ਤਾਂ ਗੁਰੂ ਪਿਆਰਿਓ, ਜੋ ਮੇਰੇ ਪਾਤਸ਼ਾਹ ਨੇ ਆ ਕੇ ਸਾਨੂੰ ਇੱਕ ਓਂਕਾਰ ਦਿੱਤਾ ਅਤੇ ਮੇਰੇ ਮਾਲਕ ਨੇ ਪਹਿਲੇ ਉਚਾਰਿਆ ਹੀ, ਅਤੇ ਜਿਨ੍ਹਾਂ ਨੇ ਸੁਣਿਆ ਉਹਦਾ ਉਚਾਰਨ ਕੀਤਾ। 230 ਸਾਲ ਦਾ ਮੇਰੇ 10 ਗੁਰੂ ਸਾਹਿਬਾਨਾਂ ਦਾ ਪਾਤਸ਼ਾਹਾਂ ਦਾ ਸਮਾਂ ਹੈ ਕਿ ਮੇਰੇ 10 ਪਾਤਸ਼ਾਹ ਇੱਕ ਸਾਨੂੰ ਉਚਾਰਨ ਕਰਨਾ ਨਹੀਂ ਸਿਖਾ ਕੇ ਗਏ। ਅੱਜ ਅਸੀਂ ਕਹਿੰਦੇ ਹਾਂ ਇੱਕ ਓ ਹੈ, ਉਹ ਇੱਕ ਓ ਵਾਲਾ ਦੇਖੋ, ਇਹ ਜਿਹੜਾ ਇੱਕ ਓਂਕਾਰ ਹੈ ਜਿੱਥੋਂ ਬਾਣੀ ਸ਼ੁਰੂ ਹੁੰਦੀ ਹੈ, ਇਸ ਬਾਣੀ ਨੂੰ ਦੇਖੋ, ਇਸ ਸ਼ਬਦ ਨੂੰ ਦੇਖੋ। ਇੱਥੇ ਬਿੰਦੂ ਪਏ ਤੇ ਅਰਥ ਦੇ ਅਨਰਥ ਹੋ ਜਾਂਦੇ ਨੇ। ਇਹ ਇੱਕ ਓਂਕਾਰ ਦਾ ਸਵਰੂਪ, ਵਿਚਾਰਾਂ ਭੇਦ ਕੋਈ ਗੱਲ ਨਹੀਂ, ਬਰਦਾਸ਼ਤ ਨੇ, ਹੋਰ ਸਭ ਬਰਦਾਸ਼ਤ ਹੈ, ਲੇਕਿਨ ਮੇਰੇ ਸਤਿਗੁਰਾਂ ਦੇ ਸਵਰੂਪ ਵਿੱਚ ਛੇੜਛਾੜ ਪਿਆਰਿਓ ਬਿਲਕੁਲ ਬਰਦਾਸ਼ਤ ਨਹੀਂ। ਇੱਕ ਓਂਕਾਰ ਦਾ ਜੋ ਸਵਰੂਪ ਹੈ ਉਹ ਤੋਂ 2 ਵਾਰੀ ਖੋਲਾ ਹੈ, ਸੱਤ ਦੇ ਉੱਤੇ ਜਾ ਕੇ ਸਿਮਟਦਾ ਹੈ। ਉਹ ਇੱਕ ਸਰਵ ਵਿਆਪੀ ਹੈ, ਕਿਸੇ ਵਿਚਾਰਾਂ 'ਚ ਨਹੀਂ ਸਿਮਟ ਸਕਦਾ। ਮੂਰਖ ਹਾਂ ਮੈਂ ਕਹਿੰਦਾ, ਮੈਂ ਕੁਝ ਸਮਝ ਗਿਆ, ਬੇਅੰਤ ਹੈ, ਅਕਥ ਹੈ। ਉਹ ਪਿਆਰਿਓ ਉਂਗਲੀਆਂ ਚੱਕਣਾ ਬੰਦ ਕਰੋ, ਇਹ ਮਸਲੇ ਨਹੀਂ। ਆਪ ਜੀ ਸਿੱਖੀਏ ਅਤੇ ਬਾਣੀ ਤੋਂ ਸੇਧ ਲਈਏ। ਮੇਰੇ ਸਤਿਗੁਰੂ ਜੀ ਨੇ ਉਪਦੇਸ਼ ਨੇ ਇੱਕ ਓਂਕਾਰ, ਇਹ ਮੇਰਾ ਪਹਿਲਾ ਸ਼ਬਦ ਹੈ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭਨ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਸ ਸੱਚੇ ਨੂੰ ਜਪਣਾ ਹੈ, ਜਿਸ ਨਾਮ ਨਾਲ ਜਪੋ, ਮੈਂ ਛੱਡ ਕੇ ਜਪੋ। ਜੇ ਮੈਂ ਨਾਲ ਰੱਖ ਕੇ ਜਪਦੇ ਪਏ ਹਾਂ, ਨਹੀਂ ਪਹੁੰਚਾਂਗੇ। ਮਹਾਰਾਜ ਨੇ ਕੀਤਾ ਰਜ਼ਾ ਵਿੱਚ ਰਹੀਏ, ਤੇਰਾ ਪਾਣਾ ਮਿੱਠਾ ਲੱਗੇ, ਉਹਦੀ ਰਜ਼ਾ ਵਿੱਚ ਰਹੀਏ। ਇੱਥੇ ਮਹਾਰਾਜ ਨੇ ਸਮਝਾਤਾ ਕਿ ਇਹਾ ਸੇਵ ਚਾਕਰੀ ਨਾਮ ਵਸੇ ਮਨਿਆਏ। ਕਿੱਦਾਂ ਦੀ ਸੇਵਾ ਦੀ ਚਾਕਰੀ? ਸਤਿਗੁਰ ਕਾ ਭਾਣਾ ਮਨ। ਇਹ ਭਾਣਾ ਮੰਨ ਲਿੱਤਾ, ਵਿੱਚੋਂ ਆਪ ਗਵਾਏ। ਮੈਂ ਗਵਾਤੀ, ਮੈਂ ਸਮਝ ਗਿਆ, ਮੈਂ ਸਿਆਣਾ ਹੋ ਗਿਆ। ਨਹੀਂ, ਗੁਰੂ ਨਾਨਕ ਦੇ ਘਰ ਦੇ ਵਿਚਕਾਰ ਮੈਂ ਮੂਰਖ ਹਾਂ, ਬਾਕੀ ਸਾਰੇ ਸਿਆਣੇ ਨੇ। ਤੋ ਸਾਰਿਆਂ ਨੂੰ ਥਾਂ ਹੈ, ਇੱਥੇ ਕੰਡਿਆਂ ਨੂੰ ਵੀ ਥਾਂ ਹੈ। ਉਹ ਭਰਾਵਾਂ ਨੂੰ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਨੂੰ ਵੀ ਥਾਂ ਹੈ। ਕਿਉਂ? ਇਹਨਾਂ ਦੇ ਸਦਕੇ ਅਸੀਂ ਬੜਾ ਕੁਝ ਸਿੱਖਿਆ। ਅਤੇ ਗੁਰੂ ਪਿਆਰੇ ਨਾਮੇ ਹੀ ਤੇ ਸੁਖ ਪਾਈਏ, ਸੱਚੇ ਸ਼ਬਦ ਸੁਹਾਏ। ਉਸ ਨਾਮ ਨਾਲ ਮੈਂ ਸੁਖ ਪਾਵਾਂਗਾ, ਇਹ ਸ਼ਬਦ ਤੋਂ ਮੈਨੂੰ ਸੁਖ ਮਿਲਣਗੇ। ਇਹ ਮੇਰੇ ਸਹਾਈ ਨੇ। ਮਨ ਮੇਰੇ ਅੰਧਿਨ ਜਾਗ ਹਰ ਚੇਤ। ਇੱਕ ਇੱਕ ਪਲ ਅਸੀਂ ਸਿੱਖਣਾ ਹੈ। ਬੰਦੇ ਖੋਜ ਦਿਲ ਹਰ ਰੋਜ਼।
ਤੇ ਮਹਾਰਾਜ ਕਹਿੰਦੇ ਨੇ ਲੈ ਚਲੋ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ। ਇਹ ਉਹਦੀਆਂ ਦਾਤਾਂ ਲੈ ਕੇ ਥੱਕ ਜਾਗੇ। ਸਤਿਗੁਰੂ ਜੀ ਮੇਰੇ ਅਗਲੇ ਬੰਦ 'ਚ ਬਖਸ਼ਿਸ਼ ਕਰ ਰਹੇ ਨੇ, ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਿਹਾ ਭਰਪੂਰ। ਤੇ ਜਦੋਂ ਮਨ ਦੇ ਵਿੱਚ ਉਹ ਨਾਮ ਵਸ ਗਿਆ ਫਿਰ ਕੀ ਹੁੰਦਾ, ਮਨ ਕੀ ਇੱਛਾ ਪੂਰੀਆਂ ਸ਼ਬਦ ਰਿਹਾ ਭਰਪੂਰ। ਪੈ ਪਾਏ ਭਗਤ ਕਰੇ, ਭਗਤੀ ਕਿਵੇਂ ਕਰਨੀ ਹੈ, ਪੈ ਪਾਏ ਡਰ ਕੇ ਭਗਤੀ ਕਰਨੀ ਹੈ। ਭਗਤੀ ਕਰ ਕਰਕੇ ਹੰਕਾਰ ਨਹੀਂ ਕਰਨਾ, ਮੈਂ ਸਮਝ ਗਿਆ, ਮੈਂ ਇੱਦਾਂ ਹੋ ਗਿਆ, ਇੱਦਾਂ ਹੀ ਹੁੰਦਾ ਹੈ, ਨਹੀਂ, ਮੈਨੂੰ ਸਿੱਖਣਾ ਹੈ। ਕਿਤੇ ਨਾ ਕਿਤੇ ਮੈਂ ਗਲਤੀ ਕਰਦਾ, ਅੱਜ ਵੀ ਕਰਦਾ, ਹਮੇਸ਼ਾ ਇਹ ਸੋਚ ਰੱਖਣੀ ਹੈਗੀ ਹੈ ਮਹਾਰਾਜ ਦੀਆਂ ਕਿਰਪਾ ਕਣੇਰੀਆਂ। ਪੈ ਪਾਏ ਭਗਤ ਕਰੇ ਦਿਨ ਰਾਤੀ ਹਰ ਜਿਉ ਵੇਖੇ ਸਦਾ ਹਜੂਰ। ਕਣ ਕਣ 'ਚ ਵਸ ਰਿਹਾ ਹੈ, ਉਸਨੂੰ ਹਜੂਰ ਦੇਖਣਾ ਹੈ। ਸਭ 'ਚ ਵਸ ਰਿਹਾ ਹੈ, ਰਾਮ ਵਿੱਚ ਵੀ ਵਸ ਰਿਹਾ ਹੈ, ਰਾਵਣ ਵਿੱਚ ਵੀ ਉਹੀ ਅਕਾਲ ਪੁਰਖ ਵਸ ਰਿਹਾ ਹੈ। ਸੋ ਗੁਰੂ ਪਿਆਰਿਓ, ਗੁਰ ਦੇ ਸ਼ਬਦ ਦੀ ਬਰਕਤ ਦਾ ਸਦਕਾ ਪੈ ਪਾਏ ਭਗਤ ਕਰੇ ਦਿਨ ਰਾਤੀ ਹਰ ਜਿਉ ਵੇਖੇ ਸਦਾ ਹਜੂਰ। ਸੱਚੇ ਸ਼ਬਦ ਸਦਾ ਮਨ ਰਾਤਾ ਭਰਮ ਗਿਆ ਸਰੀਰੋਂ ਦੂਰ। ਤੇ ਜਦੋਂ ਮੈਂ ਸੱਚੇ ਸ਼ਬਦ ਦੇ ਨਾਲ ਪ੍ਰੀਤ ਪਾਈ, ਇਹ ਮੇਰੇ ਮਨ 'ਚ ਵਸਿਆ ਇਹ ਸ਼ਬਦ, ਤਾਂ ਮੇਰੇ ਅੰਦਰੋਂ ਇਹ ਦੁਬਿਧਾ, ਇਹ ਭਰਮ, ਇਹ ਜਿਹੜੇ ਔਗਣ ਨੇ ਇਹ ਦੂਰ ਹੋਏ ਸ਼ਬਦ ਨਾਲ ਰਗੜ ਕੇ। ਗੁਰ ਕੇ ਸ਼ਬਦ ਔਗਣ ਮੇਟੇ। ਤੇ ਮਹਾਰਾਜ ਨੇ ਜਪਜੀ ਸਾਹਿਬ ਜੀ ਕਹਿਤਾ, ਘੜੀਐ ਸ਼ਬਦ ਸੱਚੀ ਟਕਸਾਲ। ਘੜੋ ਇਸ ਟਕਸਾਲ ਨੂੰ, ਲੇਕਿਨ ਘੜੋ ਕਿਵੇਂ? ਇੱਕ ਆਪਣੇ ਸਤਿਗੁਰਾਂ ਨਾਲ, ਭਾਉ ਭਾਵਨੀ ਨਾਲ, ਕਿ ਹਾਜ਼ਰੀ ਭਰਦੇ ਹਾਂ, ਮੈਂ ਗਲਤੀ ਕਰਦਾ ਮਹਾਰਾਜ, ਤੇਰੀ ਵਡਿਆਈ ਸ਼ਬਦਾਂ ਨਹੀਂ ਕਰ ਸਕਦਾ, ਤੇਰੇ ਨਾਲ ਮਿਲਦੇ ਹੋਇਆ ਗਲਤੀਆਂ ਹੁੰਦੀਆਂ ਨੇ, ਬਖਸ਼ੋ। ਤੇ ਇੱਕ ਪਿਆਰ ਬਖਸ਼ ਦਿਓ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਇਸ ਗੁਰੂ ਦੇ ਚਰਨਾਂ ਦੀ ਪ੍ਰੀਤ ਮੰਗ ਲਈਏ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ, ਅੰਦਰਲੇ ਤ੍ਰਿਭਵਨ ਸੁਝਿਆ ਗੁਰੂ ਭੇਟ ਪੁਨੀਤਾ। ਅਰੇ ਗੁਰੂ ਮਹਾਰਾਜ ਕੀ ਨਹੀਂ ਕਰ ਸਕਦੇ, ਸਮਰੱਥ ਗੁਰੂ ਨੇ। ਤੋ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ। ਤੇ ਫਿਰ ਮੈਂ ਨਿਰਮਲ ਸਾਹਿਬ ਤੇ ਪਾਇਆ ਹੀ ਹੈ, ਬਾਣੀ ਨਿਰਮਲ ਹੈ। ਕਿਹੜਾ ਰੱਬ ਢੂੰਡਦੇ ਫਿਰਦੇ ਹਾਂ? ਇਹ ਰੱਬ ਹੈ। ਇਸ ਰੱਬ ਨਾਲ ਮਿਲ ਜਾਈਏ, ਇਸ ਨਾਲ ਪ੍ਰੀਤ ਪੈ ਜਾਏ, ਸਭ ਕੁਝ ਪਾ ਲਿਆ। ਗੁਰੂ ਪਿਆਰਿਓ, ਇੱਥੇ ਮਹਾਰਾਜ ਸਾਨੂੰ ਦੂਜਾ ਬੰਦ ਸੰਪੂਰਨ ਕਰਦੇ ਨੇ ਤੇ ਇਸ ਤੋਂ ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ ਤੀਜੇ ਬੰਦ ਦੀ। ਵਾਹਿਗੁਰੂ ਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਪਰਦੇਸੀ ਸਾਹਿਬ ਨੇ ਆਪ ਜੀ ਨੂੰ ਬੜੀ ਗਹਿਰਾਈ ਦੀ ਨਾਲ ਸਮਝਾਉਣ ਦਾ ਯਤਨ ਕੀਤਾ ਹੈ। ਇੱਕ ਓੰਕਾਰ ਆਪਾਂ ਸਭ ਪੜ੍ਹਦੇ ਹਾਂ, ਸਭ ਸੁਣਦੇ ਹਾਂ, ਪਰ ਇਸ ਦੀ ਗਹਿਰਾਈ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਕੀ ਸਮਝਾਉਣ ਦਾ ਯਤਨ ਕੀਤਾ। ਇੱਕ ਓੰਕਾਰ ਭਾਵ ਕਿ ਪਰਮਾਤਮਾ ਨਿਰਗੁਣ ਸਰੂਪ, ਗੁਪਤ ਅਦ੍ਰਿਸ਼ਟ ਸ਼ਕਤੀ, ਉਸ ਨਿਰਗੁਣ ਸਰੂਪ ਦੇ ਵਿੱਚੋਂ, ਨਿਰਾਕਾਰ ਦੇ ਵਿੱਚੋਂ ਆ ਸੰਸਾਰ ਪੈਦਾ ਹੋਇਆ ਹੈ। ਸੰਸਾਰ ਦੇ ਜਿਤਨੇ ਵੀ ਆਕਾਰ ਨੇ ਉਸ ਦੇ ਵਿੱਚੋਂ ਪੈਦਾ ਹੋਏ ਨੇ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓਂਕਾਰ। ਇਸ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਸਮਝਣਾ ਹੈ ਕਿ ਉਹਨਾਂ ਦੀ ਦੂਰ ਅੰਦੇਸੀ ਕੀ ਸੀ, ਵਾਹਿਗੁਰੂ, ਉਹਨਾਂ ਦਾ ਭਾਵ ਕੀ ਸੀ ਵਾਹਿਗੁਰੂ। ਦੁਨੀਆ ਨੂੰ ਸਮਝਾਉਣ ਦਾ। ਇੱਕੋ ਹੀ ਇੱਕ ਭਾਵ ਸਾਹਮਣੇ ਆਉਂਦਾ ਹੈ ਕਿ ਉਸ ਵੇਲੇ ਜੋ ਪਖੰਡਵਾਦ ਸੀ, ਵਾਹਿਗੁਰੂ, ਕਰਮਕਾਂਡ ਸਨ, ਸਤਿਗੁਰੂ ਨੇ ਉਹਨਾਂ ਦਾ ਖੰਡਨ ਕਰਕੇ ਆਵਾਜ਼ ਦਿੱਤੀ ਹੈ ਇੱਕ ਓੰਕਾਰ ਦੀ। ਕਿਉਂਕਿ ਕਿੱਥੇ 33 ਕਰੋੜ ਦੇਵਤਿਆਂ ਦੀ ਪੂਜਾ ਹੋ ਰਹੀ ਸੀ, ਕੋਈ ਕਿਸੇ ਦੇਵੀ ਨੂੰ, ਕੋਈ ਕਿਸੇ ਦੇਵਤੇ ਨੂੰ, ਵਾਹਿਗੁਰੂ, ਕੋਈ ਦਰਖਤਾਂ ਦੀ ਪੂਜਾ ਕਰਦਾ ਹੈ, ਕੋਈ ਪੱਥਰਾਂ ਦੀ, ਕੋਈ ਸਮਾਧਾਂ ਦੀ ਪੂਜਾ ਕਰਦਾ ਹੈ। ਦੁਨੀਆ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ। ਪਰਮਾਤਮਾ ਬਾਰੇ ਸਮਝਾਉਣ ਵਾਲੇ ਆਪ ਉਲਝੇ ਪਏ ਸਨ। ਪਰ ਗੁਰੂ ਨਾਨਕ ਪਾਤਸ਼ਾਹ ਨੇ ਇਹ ਦੁਨੀਆ ਨੂੰ ਇੱਕ ਮਹਾਨ ਦੇਣ ਦਿੱਤੀ ਹੈ ਕਿ ਪਰਮਾਤਮਾ ਇੱਕੋ ਹੀ ਹੈ। ਉਸਦੇ ਦੋ ਸਰੂਪ ਨੇ, ਇੱਕ ਨਿਰਗੁਣ ਹੈ, ਨਿਰਗੁਣ ਆਪ, ਸਰਗੁਣ ਵੀ ਹੋਈ। ਸਰਗੁਣ ਸਰੂਪ ਆ ਸੰਸਾਰ ਜੋ ਆਪਾਂ ਵੇਖਦੇ ਹਾਂ, ਇਹ ਸਰਗੁਣ ਸਰੂਪ ਹੈ। ਤੇ ਇਸ ਸਰਗੁਣ ਸਰੂਪ ਦੇ ਵਿੱਚੋਂ ਆਪਾਂ ਨਿਰਗੁਣ ਸਰੂਪ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਵਾਹਿਗੁਰੂ, ਕਿਵੇਂ ਪ੍ਰਾਪਤੀ ਕਰਨੀ ਹੈ ਉਹ ਸਤਿਗੁਰੂ ਨੇ ਪਹਿਲੇ ਬੰਦ ਵਿੱਚ ਸਮਝਾ ਦਿੱਤਾ ਕਿ ਸੇਵਾ ਤੇ ਸਿਮਰਨ ਕਰੋ। ਜਿਹੜੇ ਸੇਵਾ ਕਰਨਗੇ, ਸਿਮਰਨ ਕਰਨਗੇ, ਮਨ ਕੀਆਂ ਇੱਛਾ ਉਹਨਾਂ ਦੀਆਂ ਪੂਰੀਆਂ ਹੋਣਗੀਆਂ। ਗੁਰੂ ਪਿਆਰਿਓ,
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਹੀ ਇੱਕ ਆਵਾਜ਼ ਆਉਂਦੀ ਹੈ। ਵਾਹਿਗੁਰੂ। ਸੇਵਾ ਤੇ ਸਿਮਰਨ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਫਿਰ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਇੱਥੋਂ ਤੂੰ ਜੋ ਤੈਨੂੰ ਤੂੰ ਚਾਹੁੰਦਾ ਹੈ ਨਾ ਤੈਨੂੰ ਪ੍ਰਾਪਤ ਹੋਵੇਗਾ। ਇਹ ਕੋਈ ਅਥ ਕਥਨੀ ਨਹੀਂ ਹੈ, ਗੁਰਬਾਣੀ ਕੋਈ ਕਾਲਪਨਿਕ ਕਲਪਤਾ ਨਹੀਂ ਹੈ। ਇਹ ਸੱਚ ਦੀਆਂ ਗੱਲਾਂ ਨੇ। ਜਿਨ੍ਹਾਂ ਨੇ ਸੇਵਾ ਕੀਤੀ ਹੈ, ਸਿਮਰਨ ਕੀਤਾ ਹੈ, ਗੁਰੂ ਪਾਤਸ਼ਾਹ ਨੇ ਲੋਕ ਦੇ ਵੀ ਸੁੱਖ ਦਿੱਤੇ ਨੇ, ਪਰਲੋਕ ਦੇ ਵੀ ਸੁੱਖ ਦਿੱਤੇ ਨੇ। ਇਸ ਕਰਕੇ ਇਹੀ ਇੱਕ ਐਸਾ ਘਰ ਹੈ, ਗੁਰੂ ਨਾਨਕ ਦਾ ਦਰ ਐਸਾ ਹੈ, ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗਤ ਜਨਮ ਮਰਨ ਮਿਟਾਵੈ, ਆਸ ਮਨੋਰਥ ਪੂਰਨ ਹੋਵੇ ਭੇਟਤ ਗੁਰ ਦਰਸਾਇਆ ਜੀਓ। ਇੱਥੇ ਕੋਈ ਸ਼ਰਧਾ ਦੇ ਨਾਲ ਸੇਵਾ ਕਰਕੇ ਵੇਖੇ, ਸਿਮਰਨ ਕਰਕੇ ਵੇਖੇ, ਉਸ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ, ਸਤਿਗੁਰੂ ਪਾਤਸ਼ਾਹ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦਿੰਦੇ ਨੇ। ਅਤੇ ਅੱਜ ਸਮਾਂ ਹੈ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਸੰਗਤ ਟੈਲੀਵਿਜ਼ਨ ਦੇ ਮਾਧਿਅਮ ਦੁਆਰਾ ਸੰਗਤਾਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਇਹ ਸ਼੍ਰੀ ਅਖੰਡ ਜਾਪ ਤੇ ਲੰਗਰਾਂ ਦੀ ਅਟੁੱਟ ਸੇਵਾ ਚੱਲ ਰਹੀ ਹੈ। ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਥਾ ਸ਼ਕਤ ਜੋ ਕੁਝ ਵੀ ਆਪ ਕਰ ਸਕਦੇ ਹੋ, ਆਪਣੇ ਦਸਾਂ ਦੀ ਕਿਰਤ ਕਮਾਈ ਨੂੰ ਜ਼ਰੂਰ ਸਫਲਾ ਕਰੋ, ਤਾਂ ਕਿ ਜੋ ਗੁਰਬਾਣੀ ਨੇ ਸਾਨੂੰ ਸਮਝਾ ਦਿੱਤਾ ਹੈ ਉਹ ਆਪਾਂ ਕਮਾ ਸਕੀਏ, ਉਹ ਆਪਾਂ ਕਰ ਸਕੀਏ। ਸਾਡੇ ਵੀ ਮਨ ਦੀਆਂ ਇੱਛਾ ਜ਼ਰੂਰ ਪੂਰੀਆਂ ਹੋਣਗੀਆਂ, ਪਰ ਕੁਝ ਕਰਨਾ ਪੈਂਦਾ ਹੈ। ਜੇਕਰ ਚਾਹੁੰਦੇ ਹਾਂ ਕਿ ਘਰ ਦੇ ਵਿੱਚ ਅਨਾਜ ਆਵੇ ਤਾਂ ਖੇਤ ਦੇ ਵਿੱਚ ਕੁਝ ਬੀਜਣਾ ਪੈਂਦਾ ਹੈ। ਵਾਹਿਗੁਰੂ। ਬੀਜਣੇ ਤੋਂ ਬਿਨਾਂ ਕੁਝ ਵੀ ਨਹੀਂ ਮਿਲਦਾ। ਖੇਤ ਨੂੰ ਕਿਤਨਾ ਵੀ ਤੁਸੀਂ ਵਾਹੀ ਜਾਓ, ਸਵਾਰੀ ਜਾਓ, ਜੇਕਰ ਬੀਜ ਨਾ ਬੀਜਿਆ ਤਾਂ ਮਿਲਣਾ ਵੀ ਉੱਥੋਂ ਕੁਛ ਨਹੀਂ ਹੋ। ਇਸ ਕਰਕੇ ਸਤਿਗੁਰੂ ਨਾਨਕ ਪਾਤਸ਼ਾਹ ਦਾ ਇਹ ਉਪਦੇਸ਼ ਸੀ ਕਿ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਰੇ ਮਨ ਬਤਰ ਬੀਜਣ ਨਾਉ, ਬਤ ਲੱਗੀ ਸੱਚੇ ਨਾਮ ਕੀ, ਜੋ ਬੀਜੇ ਸੋ ਖਾਏ। ਅਤੇ ਆਓ ਫਿਰ ਕੁਝ ਬੀਜ ਦਈਏ। ਸਕਰੀਨ 'ਤੇ ਨੰਬਰ ਚੱਲ ਰਿਹਾ ਹੈ, ਟੈਲੀਫੋਨ ਇਹ ਨੰਬਰ ਘੁਮਾਓ ਅਤੇ ਕੁਝ ਨਾ ਕੁਝ ਬੀਜੋ। ਜੋ ਬੀਜਣਾ ਹੈ ਮਿਲਣਾ ਉਹੀ ਹੈ। ਇਹ ਗੁਰਬਾਣੀ ਨੇ ਵਾਰ-ਵਾਰ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਜਿਹਾ ਬੀਜੇ ਸੋ ਲੂਣੇ, ਕਰਮਾ ਸੰਦਰਾ ਖੇਤ। ਸੋ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਜੋ ਪ੍ਰੋਗਰਾਮ ਚੱਲ ਰਹੇ ਨੇ, ਇਹਨਾਂ ਦੀ ਆਪ ਸੇਵਾ ਕਰ ਸਕਦੇ ਹੋ ਔਰ ਸੰਗਤ ਟੈਲੀਵਿਜ਼ਨ ਦੇ ਮੈਂਬਰ ਬਣ ਸਕਦੇ ਹੋ। ਡਾਇਰੈਕਟ ਡੈਬਿਟ ਭਰੋ, ਜੋ ਕੁਝ ਵੀ ਆਪ ਕਰ ਸਕਦੇ ਹੋ। ਆਓ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਸ਼ਬਦ ਪੜ੍ਹਨਾ ਬੜਾ ਸੌਖਾ ਹੈ, ਪਰ ਕਮਾਉਣਾ ਬੜਾ ਔਖਾ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਤੇ ਸਤਿਗੁਰੂ ਦੀ ਨਜ਼ਰ ਕਿਹਨਾਂ 'ਤੇ ਹੁੰਦੀ ਹੈ? ਜਿਹੜੇ ਉਹਨਾਂ ਦੇ ਬਚਨਾਂ ਨੂੰ ਸਤ ਕਰਕੇ ਮੰਨ ਲੈਂਦੇ ਨੇ। ਸੋ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਵਿਚਾਰ ਸਾਡੇ ਸਾਹਮਣੇ ਰੱਖੇ ਨੇ, ਪਰਦੇਸੀ ਸਾਹਿਬ ਜੀ ਆਪ ਜੀ ਨੂੰ ਬੜੇ ਪਿਆਰ ਦੇ ਨਾਲ ਵਿਚਾਰਾਂ ਦੱਸ ਰਹੇ ਨੇ। ਵਾਹਿਗੁਰੂ ਜੀ। ਗੁਰੂ ਪਿਆਰਿਓ, ਇੱਥੇ ਮਹਾਰਾਜ ਜੀ ਹੁਣ ਤੀਜੇ ਬੰਦੇ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ, ਸੂਹੇ ਘਰ ਕਾ ਪੌੜਾ, ਜਿਉਂ ਆਇਆ ਤਿਉਂ ਜਾਏ, ਮਨਮੁਖ ਜਨਮ ਬਿਰਥਾ ਗਿਆ, ਕਿਆ ਮੂੰਹ ਦੇਸੀ ਜਾਏ। ਸਤਿਗੁਰਾਂ ਜੀ ਦੇ ਹੁਕਮ ਨੇ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਬੈਸਣ ਪਾਈਐ। ਤੋ ਆਪਣੀ ਮਾਇਆ ਦੀ ਵੀ ਸੇਵਾ ਕਰੋ। ਭੁੱਖੇ ਨੂੰ ਰੋਟੀ ਪਹੁੰਚ ਜਾਏ ਅਤੇ ਉਹਦੇ ਵਿਚਕਾਰ ਆਪ ਜੀ ਦੀ ਮਾਇਆ ਲੱਗ ਜਾਏ ਅਤੇ ਲਾਹੇ ਆਪ ਜੀ ਨੂੰ ਹੀ ਨੇ। ਅਤੇ ਨਾਲ ਸ਼ਬਦ ਦੀ ਕਮਾਈ ਕਰੀਏ, ਕਿਰਤ ਕਰੀਏ, ਨਾਮ ਜਪੀਏ। ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਅਤੇ ਵੰਡਣ ਨਾਲ ਮਹਾਰਾਜ ਕੀ ਕਹਿੰਦੇ ਨੇ? ਕਹਿੰਦੇ ਨੇ ਖਾਵੋ ਖਰਚੋ ਰਲ ਮਿਲ ਪਾਈ, ਤੋਟ ਨਾ ਆਵੇ ਵਧ ਦੋ ਜਾਈ। ਤੋ ਸੰਗਤ ਟੈਲੀਵਿਜ਼ਨ ਦੇ ਸਾਰੇ ਕਾਰਜਾਂ 'ਚ ਆਪ ਜੀ ਵੱਧ ਚੜ੍ਹ ਕੇ ਸਹਿਯੋਗ ਬਖਸ਼ੋ। ਅਤੇ ਗੁਰੂ ਪਿਆਰਿਓ, ਹੁਣ ਇਹ ਦੇਖੋ, ਸੱਚਾ ਸ਼ਬਦ ਨਾ ਪਛਾਣਿਓ। ਇੱਥੇ ਮਹਾਰਾਜ ਨੇ ਪਛਾਣਿਓ 'ਚ ਊੜਾ ਜਿਹੜਾ ਨਾ ਖੁੱਲ੍ਹਾ ਬਖਸ਼ਿਆ ਹੈ, ਇਹਨੂੰ ਅਸੀਂ ਉਹ ਕਹਿੰਦੇ ਹਾਂ। ਸੱਚਾ ਸ਼ਬਦ ਨਾ ਪਛਾਣਿਓ, ਸੰਬੋਧਨ ਕਰ ਰਹੇ ਹਾਂ ਆਪਣੇ ਮਨ ਨੂੰ। ਸੁਪਨਾ ਗਿਆ ਵਿਹਾਏ, ਸੂਹੇ ਘਰ ਕਾ ਪਾਉਣਾ, ਜਿਉਂ
ਆਇਆ ਤਿਉਂ ਜਾਏ, ਇੱਥੇ ਊੜਾ ਬੰਦ ਹੈ। ਜਿਉਂ ਆਇਆ ਤਿਉਂ ਜਾਏ। ਅਗਰ ਮੈਂ ਆਇਆ ਤੇ ਨਿਰਮਲ ਸਾਂ, ਤੇ ਅਗਰ ਜਿਉਂ ਆਇਆ ਤਿਉਂ ਉੱਦਾਂ ਹੀ ਨਿਰਮਲ ਹੋ ਕੇ ਨਹੀਂ ਜਾਣਾ, ਤਾਂ ਫਿਰ ਮੈਂ ਆਪਣਾ ਇਹ ਜੀਵਨ ਵਿਅਰਥ ਗਵਾ ਦੇਣਾ ਵਾ। ਸੂਰ ਦੀ ਨਿਆਈ ਆਪਣਾ ਜੀਵਨ ਵਿਅਰਥ ਗਵਾ ਕੇ ਆਪਣੇ ਆਸ-ਪਾਸ ਗੰਦ ਘੋਲ ਕੇ ਹੀ ਜਾਵਾਂਗਾ। ਅਤੇ ਜੇ ਮੈਂ ਗੁਰੂ ਨਾਨਕ ਦਾ ਬੱਚਾ ਕਹਾਉਂਦਾ ਹਾਂ ਤਾਂ ਕੋਸ਼ਿਸ਼ ਕਰਾਂਗਾ ਆਪਣੇ ਘਰ ਵਿਹਾਰ ਵਿੱਚ, ਆਪਣੇ ਨਾਲ ਸਮਾਜ ਵਿੱਚ ਕੁਛ ਚੰਗਾ ਕਹਿਣ ਦਾ, ਕੁਛ ਚੰਗਾ ਕਰਨ ਦਾ। ਸਿਰਫ ਕਹਿਣ ਨਾਲ ਮਸਲੇ ਨਹੀਂ ਹੱਲ ਹੋਣੇ। ਤਾਂ ਗੁਰੂ ਮਹਾਰਾਜ ਇੱਥੇ ਬਖਸ਼ਿਸ਼ ਕਰ ਰਹੇ ਨੇ ਕਿ ਮਨਮੁਖ ਜਨਮ ਬਿਰਥਾ ਗਿਆ, ਕਿਆ ਮੂੰਹ ਦੇਸੀ ਜਾਏ। ਉਸ ਦਰਗਾਹ ਵਿੱਚ ਕੀ ਮੂੰਹ ਦੇਸਾਂ ਮੈਂ। ਅਤੇ ਇੱਥੇ ਆਸਾ ਦੀ ਵਾਰ ਵਿੱਚ ਮਹਾਰਾਜ ਦੇ ਹੁਕਮ ਵੀ ਬਖਸ਼ਿਸ਼ ਕਰਦੇ ਨੇ ਕਿ ਜਦੋਂ ਕਰਮ ਇੱਦਾਂ ਦੇ ਨਹੀਂ ਹੁੰਦੇ ਨੇ, ਅਤੇ ਖਰਾ ਦਿਸੇ ਡਰਾਵਣਾ, ਜੋਤ ਨਾਲ ਮਿਲਣਾ ਤਾਂ ਹੈ, ਅਤੇ ਉਸ ਟਾਈਮ ਉਹ ਖਰਾ ਜਿਹੜਾ ਹੈ, ਖਰਾ ਡਰਾਵਣਾ ਦਿਸਦਾ। ਕਿਉਂ? ਕੂੜ ਦੀ ਪੰਡ ਇਕੱਠੀ ਕਰਕੇ ਲੈ ਕੇ ਜਾ ਰਹੇ ਹਾਂ। ਕੂੜ ਦੀ ਪੰਡ ਨੂੰ ਨਾ ਇਕੱਠਾ ਕਰੀਏ, ਸ਼ਬਦ ਦੀ ਕਮਾਈ ਕਰੀਏ, ਆਪਣੇ ਕਰਮਾਂ 'ਚ ਉਸ ਨੂੰ ਢਾਲੀਏ। ਇੱਥੇ ਮਹਾਰਾਜ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਸੱਚਾ ਸ਼ਬਦ ਨਾ ਪਛਾਣਿਓ, ਇਸ ਸ਼ਬਦ ਨੂੰ ਪਛਾਣੀਏ ਅਤੇ ਮੈਂ ਆਪਣੇ ਵਰਥ ਨਾ ਗਵਾਵਾਂ। ਇੱਥੇ ਸਾਨੂੰ ਊੜਾ ਖੁੱਲਾ ਬਖਸ਼ਦੇ ਨੇ। ਸੂਹੇ ਘਰ ਕਾ ਪਾਉਣਾ, ਜਿਉਂ ਆਇਆ ਤਿਉਂ ਜਾਏ। ਮਨਮੁਖ ਜਨਮ ਬਿਰਥਾ ਗਿਆ, ਕਿਆ ਮੂੰਹ ਦੇਸੀ ਜਾਏ। ਮੈਂ ਇਸ ਸੂਅਰ ਵਕਣ ਆਪਣਾ ਜਨਮ ਜਿਵੇਂ ਗੰਧ 'ਚ ਹੀ ਆ ਕੇ ਗੰਧ 'ਚ ਹੀ ਕੱਢ ਦੇਵਾਂ, ਐਵੇਂ ਨਹੀਂ। ਮਨੁੱਖਾਂ ਵਾਲੇ ਕੰਮ ਕਰਾਂ, ਖਿਲਿਆ ਹੋਇਆ ਜਾਵਾਂ, ਮੁੱਖ ਉਜਲ ਆਪਣਾ ਕਰਕੇ ਉਸ ਦਰਬਾਰ 'ਚ ਜਾਵਾਂ। ਇਹ ਮੈਨੂੰ ਜਨਮ ਮਿਲਿਆ ਇਸੇ ਵਾਸਤੇ ਹੈ। ਤਾਂ ਗੁਰੂ ਪਿਆਰਿਓ, ਇੱਥੇ ਵੀ ਦੇਖੋ ਮਹਾਰਾਜ ਨੇ ਨਾਲ ਦੇਣਾ, ਸਤਿਗੁਰਾਂ ਦੀ ਕਿਰਪਾ ਹੈ, ਵਰਤ ਰਹੇ ਨੇ ਸਾਨੂੰ। ਇੱਕੋ ਓਂਕਾਰ ਵਿੱਚ ਮਹਾਰਾਜ ਨੇ ਸਮਝਾਤਾ ਕਿ ਇੱਕ ਓਂਕਾਰ, ਉੱਥੇ ਏਕਾ ਪਹਿਲਾਂ ਲੱਗ ਗਿਆ ਅਤੇ ਉਹ ਇੱਕ ਓਂਕਾਰ ਸਤਿਗੁਰ ਪ੍ਰਸਾਦ। ਉਹ ਇੱਕ ਓਂਕਾਰ ਆਪਣੇ ਆਪ ਵਿੱਚ ਇੱਕ ਸੰਪੂਰਨ ਸ਼ਬਦ ਹੈ। ਉਸ ਸੰਪੂਰਨ ਸ਼ਬਦ ਦਾ ਇੱਕ ਰੂਪ ਹੈ, ਇੱਕ ਉਹਦਾ ਉਚਾਰਨ ਹੈ, ਇੱਕ ਓਂਕਾਰ। ਅਤੇ ਇੱਦਾਂ ਹੀ ਜਿੱਦਾਂ ਇੱਕ ਬਿੰਦੂ ਅਤੇ ਬਿੰਦੂ ਨੂੰ ਲਕੀਰ ਬਣਾ ਦਿੰਦੇ ਹਾਂ, ਲਿਖਦੇ ਨਹੀਂ ਹਾਂ, ਅਤੇ ਬਿੰਦੂ ਨੂੰ ਬਿੰਦੂ ਹੀ ਕਹਿੰਦੇ ਹਾਂ ਅਤੇ ਲਕੀਰ ਨੂੰ ਲਕੀਰ ਕਹਿੰਦੇ ਹਾਂ। ਅਤੇ ਬਹੁਤ ਸਾਰੇ ਬਿੰਦੂ ਕਹਿ ਦਈਏ ਫਿਰ, ਜਾਂ ਕਿਤੇ ਲਿਖਿਆ ਹੋਇਆ ਦੇਖੀਏ, ਅਤੇ ਮੂਰਖਤਾ ਨਾ ਕਰੀਏ। ਗੁਰੂ ਮਹਾਰਾਜ ਤੋਂ ਕਿਰਪਾਵਾਂ ਲਈਏ। ਇੱਕ ਓਂਕਾਰ, ਇਹ ਸਤਿਗੁਰੂ ਦੀ ਕਿਰਪਾ ਨਾਲ ਸਾਡਾ ਪਹਿਲਾ ਅੱਖਰ ਹੈ, ਜਿਹਦਾ ਸਵਰੂਪ ਔਰ ਜਿਹਦਾ ਉਚਾਰਨ ਸਤਿਗੁਰਾਂ ਨੇ ਸਾਨੂੰ ਬਖਸ਼ਿਆ। ਅਤੇ ਉਹਦੇ ਦਰਸ਼ਨ ਜਿਹੜੇ ਹੁੰਦੇ ਹੈਗੇ ਨੇ, ਉਹਦੇ ਮੁਤਾਬਿਕ ਅਸੀਂ ਗੁਰਬਾਣੀ ਤੋਂ ਕੀ ਸਾਨੂੰ ਸੇਧ ਮਿਲਦੀ ਹੈਗੀ ਹੈ, ਉਹ ਲੈ ਕੇ ਆਪਣੇ ਜੀਵਨ ਨੂੰ ਢਾਲਣਾ ਹੈ। ਅਤੇ ਉਸ ਦਰਗਾਹ ਵਿੱਚ ਜਾ ਕੇ ਸੁਰਖੌਰ ਹੋਣਾ ਹੈਗਾ ਵੇ, ਉੱਥੇ ਜਾ ਕੇ ਮੁੱਖ ਉਜਲ ਹੋਣਾ ਹੈਗਾ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁੱਖ ਉਜਲੇ। ਇਹ ਮੁੱਖ ਆਪਣਾ ਉਜਲਾ ਕਰ ਲਈਏ, ਕਿਉਂ ਕਾਲਾ ਕਰੀ ਜਾ ਰਹੇ ਹਾਂ। ਕਿਰਤੀ ਛੁੱਟੀ ਨਾਲ ਮੁੱਖ ਉਜਲਾ ਕਰ ਲਈਏ ਅਤੇ ਕਈਆਂ ਦਾ ਉਹਦਾ ਸੁਧਾਰ ਕਰ ਸਕਦੇ ਹਾਂ। ਇਹ ਸਾਨੂੰ ਗੁਰਬਾਣੀ ਹੀ ਬਖਸ਼ਿਸ਼ ਕਰਦੀ ਹੈ। ਜਿੱਥੇ ਮਹਾਰਾਜ ਬਖਸ਼ਿਸ਼ ਕਰਦੇ ਹੈਗੇ ਨੇ ਇਹਦੇ ਵਿਚਕਾਰ ਕਿ ਵੱਡਾ ਭਗਤ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਇਸ ਮਾਇਆ ਦੇ ਵਿਚਕਾਰ ਉਦਾਸੀਨ ਹੋਣਾ, ਉਸ ਇੱਕ ਨਾਲ ਮਿਲਣਾ ਅਤੇ ਇਸ ਸ਼ਬਦ ਦੀ ਕਮਾਈ ਕਰਨੀ। ਇੱਥੇ ਸਾਨੂੰ ਸਤਿਗੁਰ ਜੀ ਤੀਜਾ ਬੰਦ ਸੰਪੂਰਨ ਬਖਸ਼ ਕਰ ਰਹੇ ਨੇ ਕਿ ਮਨਮੁਖ ਜਨਮ ਬਿਰਥਾ ਗਿਆ, ਕਿਆ ਮੂੰਹ ਦੇਸੀ ਜਾਏ। ਆਪਣੇ ਆਪ ਨੂੰ ਸਵਾਰ ਲਈਏ ਅਤੇ ਉੱਥੇ ਜਾ ਕੇ ਆਪਣੀ ਜਗ੍ਹਾ ਬਣਾਉਣ ਦੀ, ਇੱਥੇ ਦਾ ਕਰਮ ਉੱਥੇ ਦੀ ਜਗ੍ਹਾ ਬਣਾਏਗਾ। ਨਹੀਂ ਤਾਂ ਜਾਂ ਤਾਂ ਸੱਪ ਬਣ ਜਾਗਾ, ਬਹੁਤ ਨਿੰਦਾ ਕਰਦਾ ਪਿਆ ਅਤੇ ਗਾਂਦੇ 'ਚ ਹੈਗਾ ਤਾਂ ਸੂਰ ਦੀ ਜੂਨ 'ਚ ਪੈ ਜਾਗਾ। ਇਹ ਗੁਰਬਾਣੀ ਕਹਿ ਰਹੀ ਹੈ, ਅੰਤਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੇ ਜੋ ਮਰੇ। ਸਰਫ ਜੋਨ ਵਲ ਮੇਰੇ ਉਚਾਰਨ 'ਚ ਫਰਕ ਹੋ ਸਕਦਾ ਪਿਆਰਿਓ, ਮੈਂ ਕੋਈ ਇਤਨਾ ਯਾਦ ਵੀ ਨਹੀਂ, ਮੈਮੋਰੀ ਨਹੀਂ, ਲੇਕਿਨ ਮੇਰੇ ਸਤਿਗੁਰਾਂ ਨੇ ਜੋ ਭਾਵਨਾ, ਜੋ ਬਖਸ਼ਿਸ਼ ਕੀਤੀ ਹੈਗੀ, ਉਹ ਆਪ ਜੀ ਨਾਲ ਸਾਂਝੀ ਕਰ ਰਿਹਾ। ਮੈਂ ਵੀ ਨਹੀਂ ਕਹਿੰਦਾ ਕਿ ਮੈਂ ਠੀਕ ਹਾਂ। ਆਪ ਆਪਣਾ ਆਪਣਾ ਮੰਥਨ ਹੈ, ਆਪਣਾ ਆਪਣਾ ਮੰਥਨ ਕਰੋ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜੋ, ਸਭ ਕਲੀਅਰ ਹੋ ਜਾਏਗਾ। ਅੱਜ ਦੇ ਭਿਆਨਕ ਸਮੇਂ 'ਚੋਂ ਅਸੀਂ ਉੱਭਰ ਜਾਵਾਂਗੇ। ਖੈਰ ਗੁਰਸਿੱਖ ਉੱਭਰਦੇ ਪਏ ਨੇ, ਮਹਾਰਾਜ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਚੜ੍ਹਦੀ ਕਲਾ ਹੈ, ਚੜ੍ਹਦੀ ਕਲਾ ਹੈ। ਇੱਥੇ ਭਰਾਵਾ ਮੈਂ ਕਿੱਥੇ ਆਪਣਾ ਬੇੜਾ ਗਰਕ ਨਾ ਕਰ ਲਵਾਂ, ਮੈਨੂੰ ਹੀ ਦੇਖਣਾ ਇਹ ਹੈਗਾ। ਅਤੇ ਇੱਥੇ ਮਹਾਰਾਜ ਸਾਨੂੰ ਤੀਜੇ ਬੰਦ ਦੀ ਕਿਰਪਾ ਬਖਸ਼ਿਸ਼ ਕਰ ਰਹੇ ਨੇ ਕਿ ਆਪਣਾ ਮੁੱਖ ਉਜਲਾ ਕਰਨਾ ਹੈ
ਸਤਿਗੁਰੂ ਜੀ ਸੋ ਗੁਰੂ ਪਿਆਰੇ ਸਾਧ ਸੰਗਤ ਜੀਓ, ਜਿਵੇਂ ਕਿ ਪਰਦੇਸੀ ਸਾਹਿਬ ਜੀ ਨੇ ਆਪ ਜੀ ਨੂੰ ਸਮਝਾਉਣ ਦੀ, ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਗੁਰਬਾਣੀ ਦੇ ਰਾਹੀਂ ਸੁਚੇਤ ਹੋ ਜਾਣਾ ਚਾਹੀਦਾ ਹੈ। ਐਵੇਂ ਸੁੱਤਿਆਂ ਰਹਿਣ ਬਿਹਾਣੀ, ਵਾਹਿਗੁਰੂ, ਸੁੱਤਿਆਂ ਹੀ ਆਪਣਾ ਜੀਵਨ ਬਤੀਤ ਨਾ ਕਰੀਏ। ਤਨ ਕਰਕੇ ਤੇ ਅਸੀਂ ਹਰ ਰੋਜ਼ ਸੌਂਦੇ ਹਾਂ ਤੇ ਹਰ ਰੋਜ਼ ਜਾਗਦੇ ਹਾਂ, ਪਰ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਮਨ ਕਰਕੇ ਕੋਈ ਕੋਈ ਜਾਗਦਾ ਹੈ। ਤੇ ਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ। ਸਾਰਾ ਜੀਵਨ ਮਨ ਕਰਕੇ ਅਸੀਂ ਸੁੱਤੇ ਰਹਿੰਦੇ ਹਾਂ। ਵਾਹਿਗੁਰੂ, ਸੋ ਜਾਗੇ ਸੇ ਉਭਰੇ, ਬਚਣਗੇ ਉਹੀ ਜਿਹੜੇ ਸੁਚੇਤ ਹੋ ਜਾਣਗੇ। ਜਿਵੇਂ ਕਿ ਕੇਅਰ ਟੇਕਰ ਹੈ ਜੋ ਹੋਕਾ ਦਿੰਦਾ ਹੈ ਪਿੰਡਾਂ ਦੇ ਵਿੱਚ ਕਿ ਜਾਗੋ ਭਾਈ ਜਾਗੋ, ਜੇ ਉਸਦੇ ਹੁਕਮ, ਉਸਦੇ ਹੋਕਾ ਦੇਣ ਦੇ ਨਾਲ, ਆਵਾਜ਼ਾਂ ਦੇਣ ਦੇ ਨਾਲ ਵਾਹਿਗੁਰੂ, ਕੋਈ ਨਹੀਂ ਜਾਗਦਾ ਤੇ ਉਸ ਦਾ ਘਰ ਲੁੱਟਿਆ ਜਾਂਦਾ ਹੈ। ਤੇ ਜਿਸ ਦਿਨ ਘਰ ਲੁੱਟਿਆ ਗਿਆ, ਉਸ ਨੂੰ ਜਾ ਕੇ ਕਹੋਗੇ, ਉਹ ਤਾਂ ਕਹੇਗਾ ਕਿ ਭਾਈ ਮੈਂ ਤੇ ਆਵਾਜ਼ਾਂ ਦਿੱਤੀਆਂ ਸੀ ਕਿ ਜਾਗਦੇ ਰਹੋ, ਜਾਗਦੇ ਰਹੋ, ਪਰ ਤੂੰ ਨਹੀਂ ਜਾਗਿਆ ਤੇ ਇਸ ਕਰਕੇ ਤੇਰਾ ਘਰ ਲੁੱਟਿਆ ਗਿਆ ਹੈ। ਸੋ ਜੋ ਜਾਗੇ ਸੇ ਉਭਰੇ, ਸੂਤੇ ਗਏ ਮੁਹਾਈ। ਮੁਹਾਈ ਦਾ ਭਾਵ ਕਿ ਉਹਨਾਂ ਦੇ ਜੀਵਨ ਹੀ ਲੁੱਟੇ ਗਏ, ਜੀਵਨ ਉਹਨਾਂ ਦਾ ਠੱਗਿਆ ਗਿਆ ਹੈ। ਤੇ ਆਪਣੇ ਇੱਕ ਇੱਕ ਸਵਾਸ ਨੂੰ ਅਸੀਂ ਸਤਿਗੁਰੂ ਦੇ ਸਮਰਪਿਤ ਕਰੀਏ ਤਾਂ ਕਿ ਜਿਹੜੀ ਜੋ ਸਾਡੇ ਜੀਵਨ ਦੀ ਸੰਪਦਾ ਹੈ ਇਹ ਲੁੱਟੀ ਵਾਹਿਗੁਰੂ ਨਾ ਜਾਏ। ਮਨ ਕਰਕੇ ਜਾਗਣਾ ਹੈ। ਜਾਗ ਲਿਹੋ ਰੇ ਮਨਾ, ਜਾਗ ਲਿਹੋ। ਤੇ ਮਨ ਕਿਵੇਂ ਜਾਗੇਗਾ? ਸਿਮਰ 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 ਗੁਰ ਆਪਣਾ ਸੋਇਆ, ਮਨ ਜਗਾਈ। ਜਿਸ ਦਿਨ ਮਨ ਜਾਗੇਗਾ, ਮਨ ਨੂੰ ਸਮਝ ਪਵੇਗੀ ਕਿ ਆਤਮਾ ਕੀ ਹੈ, ਪ੍ਰਮਾਤਮਾ ਕੀ ਹੈ, ਇਹ ਸੰਸਾਰ ਕੀ ਹੈ, ਨਿਰੰਕਾਰ ਕੀ ਹੈ। ਬਾਣੀ ਦੇ ਅਸਲ ਗਿਆਨ ਨੂੰ ਸਮਝਣਾ ਹੋਵੇ ਤੇ ਸਾਧਨਾ ਕਰਨੀ ਪੈਂਦੀ ਹੈ। ਵਾਹਿਗੁਰੂ, ਸਿਰਫ ਅੱਖਰਾਂ ਤੱਕ ਹੀ ਆਪਾਂ ਸੀਮਿਤ ਨਹੀਂ ਰਹਿਣਾ। ਵਾਹਿਗੁਰੂ, ਅੱਖਰਾਂ ਦੇ ਅੰਦਰ ਜੋ ਦਿੱਤਾ ਗਿਆ ਹੈ ਗਿਆਨ, ਚਾਨਣ ਬਲਿਆ ਗੁਰ ਗਿਆਨ, ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਧਾ। ਇਸ ਕਰਕੇ ਗੁਰੂ ਪਾਤਸ਼ਾਹ ਕਿਰਪਾ ਕਰਨ, ਬਾਣੀ ਸਾਨੂੰ ਸੁਚੇਤ ਕਰਦੀ ਹੈ। ਬਾਣੀ ਸਾਡੇ ਮਨ ਨੂੰ ਜਗਾਉਂਦੀ ਹੈ ਕਿ ਐਵੇਂ ਸੁੱਤਾ ਨਾ ਰਹਿ ਜਾਈਂ, ਜਾਗ। ਇਸ ਵੇਲੇ ਜਾਗਣ ਦਾ ਸਮਾਂ ਹੈ। ਮਹਾਂਪੁਰਖਾਂ ਨੇ ਆਣ ਕੇ ਇਹ ਹੋਕਾ ਹੀ ਦਿੱਤਾ ਹੈ ਦੁਨੀਆ ਨੂੰ ਕਿ ਜਾਗੋ। ਜਾਗ, ਜਿਹੜੇ ਜਾਗੇ ਨੇ, ਜਿਹੜੇ ਸੁਚੇਤ ਹੋਏ ਨੇ, ਸੁਚੇਤ ਹੋ ਕੇ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਨੂੰ ਸਮਝਿਆ ਏ ਤੇ ਜੋ ਵਿੱਚੋਂ ਗਿਆਨ ਨਿਕਲ ਕੇ ਸਾਹਮਣੇ ਆਇਆ ਏ ਉਹ ਹੈ ਸੇਵਾ ਤੇ ਸਿਮਰਨ ਦਾ ਹੀ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜੇ ਤੇ ਗੁਰੂ ਦੀ ਗੱਲ ਮੰਨ ਲਈ ਤਾਂ ਜਨਮ ਸਫਲ ਹੈ, ਤੇ ਜੇ ਮਨ ਦੇ ਮਗਰ ਲੱਗੇ ਰਹੇ ਤੇ ਜਨਮ ਵਿਅਰਥ ਹੈ। ਮਨਮੁਖ ਜਨਮ ਬਿਰਥਾ ਗਿਆ, ਕਿਆ ਮੂੰਹ ਦੇਸੀ ਜਾਏ। ਕਹਿੰਦੇ ਕਿ ਫਿਰ ਜਾ ਕੇ ਕੀ ਦੱਸੇਗਾ ਧਰਮਰਾਜ ਦੇ ਦਰਬਾਰ ਵਿੱਚ ਜਾਂ ਪਰਮਾਤਮਾ ਦੇ ਦਰਬਾਰ ਵਿੱਚ, ਕਿਹੜਾ ਫਿਰ ਮੂੰਹ ਲੈ ਕੇ ਜਾਵੇਗਾ। ਸੋ ਆਓ ਅਗਲੇ ਬੰਦ ਆਪਾਂ ਸਮੇਂ ਦੇ ਵਿੱਚ ਰਹਿ ਕੇ ਸਮਾਪਤੀ ਕਰਨੀ ਹੈ। ਹਾਂਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਰਾਜ ਸਾਨੂੰ ਚੌਥਾ ਬੰਦ ਬਖਸ਼ ਕੇ ਇਹ ਉਪਦੇਸ਼ ਸੰਪੂਰਨ ਕਰ ਰਹੇ ਨੇ। ਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸਭ ਕਿਛ ਆਪੇ ਆਪ ਹੈ, ਹਉਮੈ ਵਿੱਚ ਕਹਿਨ ਨਾ ਜਾਏ। ਹਉਮੈ ਵਿੱਚ ਉਹਨੂੰ ਨਹੀਂ ਕਹਿ ਸਕਦੇ, ਸਭ ਕੁਝ ਆਪੇ ਆਪ ਹੈ। ਗੁਰ ਕੇ ਸ਼ਬਦ ਪਛਾਣੀਏ, ਦੁੱਖ ਹਉਮੈ ਵਿੱਚੋਂ ਗਵਾਏ। ਇਹ ਹਉਮੈ ਦਾ ਮੈਂ ਜਦੋਂ ਗਵਾਵਾਂਗਾ, ਇਹ ਦੁੱਖ ਹੀ ਹੈ। ਹਉਮੈ ਬੜਾ ਵੱਡਾ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਏ। ਇਹਦੇ ਵਿੱਚੋਂ ਅਸਾਂ ਨੇ ਇਸ ਨੂੰ ਮਾਰਨਾ ਹੈ। ਮੇਰੇ ਸਤਿਗੁਰਾਂ ਤੋਂ ਸੇਤ ਲੈ ਕੇ, ਸਤਿਗੁਰ ਸੇਵਨ ਆਪਣਾ ਹਉ ਤਿਨ ਕੇ ਲਾਗੋਂ, ਪਾਹੇ ਨਾਨਕ ਦਰ ਸੱਚੇ ਸਚਿਆਰ ਹੈ, ਹਉ ਤਿਨ ਬਲਹਾਰੇ ਜਾਉ। ਹੁਣ ਇਹ ਸੱਚੇ ਸਚਿਆਰ ਹੋਣ ਵਾਸਤੇ ਸ਼ਬਦ ਦੀ ਕਮਾਈ ਕਰਨੀ ਹੈ। ਮੇਰੇ ਸੰਗੀ ਵੀਰ ਨੇ ਬਹੁਤ ਸੋਹਣਾ ਕਿਹਾ ਕਿ ਇਸ ਸ਼ਬਦ ਤੋਂ ਅਸੀਂ ਗਿਆਨ ਲੈਣਾ ਹੈ। ਗੁਰੂ ਪਿਆਰਿਓ, ਗਿਆਨ ਪ੍ਰਾਪਤੀ ਹੈ। ਲਓ, ਅਥਾਹ ਗਿਆਨ ਲਓ।
ਅਠਾਹ ਲਿਆ ਗਿਆਨ ਲਓ। ਹੁਣ ਇਹਨਾਂ ਸ਼ਬਦਾਂ ਤੋਂ ਜੋ ਮੈਂ ਗਿਆਨ ਲੈ ਰਿਹਾ ਉਹ ਮੇਰੇ ਤੱਕ ਸੀਮਤ ਹੈ। ਮੇਰੇ ਵੀਰ ਨੇ ਇਹਨਾਂ ਤੋਂ ਕਣੇਰਾ ਗਿਆਨ ਲਿੱਤਾ, ਆਪ ਜੀ ਇਹਨਾਂ ਤੋਂ ਹੋਰ ਕਣੇਰਾ ਗਿਆਨ ਲਗਾਓ। ਇਹ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸੁਸ਼ੋਭਿਤ ਹੈ, ਇਹ ਸ਼ਬਦ ਅਟਲ ਹੈ। ਬਿੰਦੂ ਭਰ ਵੀ ਨਾ ਇਹਨੂੰ ਸਬਟਰੈਕਟ ਕਰ ਸਕਦੇ ਹਾਂ, ਨਾ ਇਹਦੇ ਉੱਤੇ ਕੁਝ ਵਾਅਦਾ ਕਰ ਸਕਦੇ ਹਾਂ। ਇਹ ਮਹਾਰਾਜ ਦੇ ਅਟਲ ਹੁਕਮ ਨੇ। ਸੱਤਵੇਂ ਪਾਤਸ਼ਾਹ ਨੇ ਆਪਣੇ ਬੱਚੇ ਨੂੰ ਬੇਦਖਲ ਕਰਤਾ, ਸਮਾਜ ਤੋਂ ਬੇਦਖਲ ਕਰਤਾ ਕਿ ਗੁਰਬਾਣੀ ਦੇ ਵਿਚਕਾਰ ਇੱਕ ਛੇੜ ਬਰਦਾਸ਼ਤ ਨਹੀਂ ਕੀਤੀ ਜਾਏਗੀ। ਗੁਰੂ ਮਹਾਰਾਜ ਦੀਆਂ ਜੀਵਨੀਆਂ ਸਾਡੇ ਵਾਸਤੇ ਰਹਿਨੁਮਾਈ ਨੇ। ਸ਼ਬਦ ਦੇ ਵਿਚਕਾਰ ਛੇੜਛਾੜ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ। ਇਸ ਸ਼ਬਦ ਤੋਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਬਦ ਤੋਂ ਗਿਆਨ ਆਪਣਾ ਹੈ। ਲੈ ਚੱਲੋ, ਥੱਕ ਜਾਓਗੇ। ਗੁਰੂ ਬੇਅੰਤ ਹੈ, ਐਸਾ ਦਾਤਾ ਹੈ ਕਿ ਦਿੰਦੇ ਦੇ ਲੈਂਦੇ ਠੱਕ ਪਾਏ। ਮੇਰੀ ਸੋਚ, ਮੇਰੀ ਸਮਝ ਮੁੱਕ ਜਾਏਗੀ। ਤੇ ਮੇਰੇ ਸਤਿਗੁਰ ਜੀ ਫਰਮਾਨ ਕਰਦੇ ਨੇ, ਸਹਿਨ ਸਿਆਣਪਾਂ ਲੱਖ ਹੋਵੇਂ, ਇੱਕ ਨਾ ਚੱਲੇ ਨਾਲ। 100 ਸਿਆਣਪਾਂ ਕਰ ਲਵਾਂ, ਇੱਕ ਨਹੀਂ ਨਾਲ ਚੱਲਣੀ। ਫਿਰ ਕਹਿੰਦੇ ਕਿਉਂ ਸਚਿਆਰਾ ਹੋਈਆ, ਕਿਉਂ ਕੂੜੇ ਟੁੱਟੇ ਭਾਲ, ਹੁਕਮ ਰਜ਼ਾਈ ਚੱਲਣਾ, ਉਹਦੀ ਰਜ਼ਾ ਵਿੱਚ ਆ ਜਾਣਾ ਸਿੱਖ ਲਵਾਂ। ਮੇਰੇ ਸਤਿਗੁਰਾਂ ਨੇ ਆਰੰਭਤਾ 'ਚ ਇਹ ਕਹਿ ਦਿੱਤਾ ਸੀਗਾ, ਇਸੇ ਉਪਦੇਸ਼ ਦੇ ਵਿਚਕਾਰ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਉਹਦੀ ਰਜ਼ਾ ਵਿੱਚ ਰਵਾਂ। ਪੇ ਜਿਹੜਾ ਹੈਗਾ ਵੇ ਉਸ ਰਜ਼ਾ ਵਿੱਚ ਜੋ ਰਹਿਣਾ ਤੇ ਮੇਰੀ ਹੋਮੇ ਮਰਦੀ ਹੈ। ਮਹਾਰਾਜ ਨੇ ਇਹਦੀਆਂ ਆਰੰਭਤਾ 'ਚ ਸਾਨੂੰ ਕਿ ਸਤਿਗੁਰ ਦਾ ਭਾਣਾ ਮਨ, ਇਹ ਅਕਾਲ ਪੁਰਖ ਦਾ ਭਾਣਾ ਮੈਂ ਮੰਨ ਲਵਾਂ ਤੇ ਮੈਂ ਉਹਦੀ ਰਜ਼ਾ ਵਿੱਚ ਰਹਿ ਜਾਵਾਂ। ਤੇ ਫਿਰ ਅੰਦਰੋਂ ਮੈਂ ਜਾਂਦੀ ਹੈ, ਉਹ ਮੈਂ ਗਈ ਤੇ ਫਿਰ ਨਾਮ ਵਸਦਾ ਹੈ ਤੇ ਨਾਮ ਮੈਨੂੰ ਕਮਾ ਕੇ ਜਾਣਾ ਹੈਗਾ ਵੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਆਪਾਂ ਇਹ ਵਿਚਾਰ ਸਮਾਪਤ ਕਰਨੀ ਹੈ। 2 ਮਿੰਟ ਦਾ ਸਮਾਂ ਹੈ। ਵਾਹਿਗੁਰੂ। ਅੰਤ ਵਿੱਚ ਜੋ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਸਭ ਕੁਛ ਆਪੇ ਆਪ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਇਆ ਸੀ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਸਿਰਫ ਅਗਿਆਨਤਾ ਦਾ ਪਰਦਾ ਹੈ। ਇਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ। ਵਾਹਿਗੁਰੂ। ਸਭ ਪਰਮਾਤਮਾ ਦੇ ਸਰੂਪ ਨੇ, ਲੇਕਿਨ ਅਗਿਆਨਤਾ ਕਰਕੇ ਮੈਂ ਮੇਰੀ ਦੇ ਵਿੱਚ ਅਸੀਂ ਫਸੇ ਹੋਏ ਹਾਂ। ਔਰ ਬਹੁਤ ਸਾਰੇ ਲੜਾਈ ਝਗੜੇ ਸਾਡੇ ਜਿਹੜੇ ਆ ਉਹ ਧਾਰਮਿਕ ਤੌਰ 'ਤੇ ਵਿਤਕਰੇ ਪਏ ਹੋਏ ਨੇ। ਵਾਹਿਗੁਰੂ। ਔਰ ਇਹ ਨਾ ਕਦੇ ਮੁੱਕਿਆ ਤੇ ਨਾ ਇਹ ਮੁੱਕਣਾ ਹੀ ਆ। ਵਾਹਿਗੁਰੂ। ਇਸ ਕਰਕੇ ਆਪਣੇ ਆਪ ਤੇ ਕੰਸਟਰੇਟ ਹੋਵੋ, ਵਾਹਿਗੁਰੂ। ਆਪਣੇ ਆਪ ਨੂੰ ਸਮਝੋ ਵਾਹਿਗੁਰੂ। ਤੇ ਆਪਣੇ ਆਪ ਨੂੰ ਵਿਚਾਰੋ ਕਿ ਮੈਂ ਕਿੱਥੇ ਕੁ ਖੜਾ ਹਾਂ। ਵਾਹਿਗੁਰੂ। ਗੁਰੂ ਪਾਤਸ਼ਾਹ ਸਾਨੂੰ ਕੀ ਸਮਝਾਉਂਦੇ ਨੇ। ਵਾਹਿਗੁਰੂ। ਸੋ ਗੁਰੂ ਪਿਆਰਿਓ, ਅੰਤ ਵਿੱਚ ਫਿਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਮਹਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਸੁਲਤਾਨਪੁਰ ਲੋਧੀ ਗੁਰਦੁਆਰਾ ਸੰਤ ਘਾਟ ਵਿਖੇ ਜੋ ਸ਼੍ਰੀ ਅਖੰਡ ਜਾਪ ਸੰਗਤ ਟੈਲੀਵਿਜ਼ਨ ਦੇ ਦੁਆਰਾ ਸੰਗਤਾਂ ਵੱਲੋਂ ਹੋ ਰਹੇ ਨੇ ਤੇ 3 ਦਿਨ ਗੁਰਬਾਣੀ ਦਾ ਪ੍ਰਭਾਵ ਚੱਲੇਗਾ ਤੇ ਨਾਲ ਨਾਲ ਲੰਗਰ ਚੱਲੇਗਾ। ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਇਸ ਦੇ ਵਿੱਚ ਯੋਗਦਾਨ ਪਾ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਉਸ ਨੂੰ ਅਸੀਂ ਵੱਧ ਚੜ੍ਹ ਕੇ ਪਿਆਰ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਈਏ, ਤਾਂ ਕਿ ਗੁਰੂ ਨਾਨਕ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਸਾਡੇ ਪਰਿਵਾਰਾਂ ਵਿੱਚ, ਸਾਡੇ ਜੀਵਨ ਵਿੱਚ ਖੁਸ਼ੀਆਂ ਆਉਣ। ਅਸੀਂ ਸਤਿਗੁਰੂ ਦੇ ਦਰ ਤੋਂ ਹੀ ਆਪਣੇ ਦੁੱਖ ਜੋ ਹੈ ਉਹ ਨਿਵਰਤ ਕਰਵਾ ਸਕਦੇ ਹਾਂ ਤੇ ਸਤਿਗੁਰੂ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਬਖਸ਼ ਕਰੇ। ਇਹ ਸੀ ਅੱਜ ਦੀ ਪਰਮ ਵਿਚਾਰ ਜੋ ਕਿ ਸਰਦਾਰ ਨਿਰਪਾਲ ਸਿੰਘ ਪਰਦੇਸੀ ਜੀ ਉਹਨਾਂ ਦੇ ਨਾਲ ਮਿਲ ਕੇ ਦਾਸ ਨੇ ਇਹ ਸਾਂਝ ਪਾਈ ਹੈ। ਸੋ ਆਸ ਹੈ ਕਿ ਸੰਗਤਾਂ ਇਸ ਤੋਂ ਜ਼ਰੂਰ ਲਾਭ ਉਠਾਉਣਗੀਆਂ। ਸੋ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ।